कछ पर्यो कुटुंब कै कांठै रह गयो राम आए परे धर्म राय के बीच है धूमा धाम। इस शब्द के अंदर एक तो कुटुंब के नहीं पढ़ना, कै पढ़ना है, दुलावां का ध्यान रखना है। ते एक कांठे नहीं पढ़ना, कांठ है ठट्ठे दे नाल दुलावां लगियां हुई ने। गहगच का मतलब है चूने की तरह जिहड़ी पकड़ लगी हुंदी है गाड़ दे विच रौनक विच, जिवें असीं कहने ना कि फलां जगह ते अज बंदियां दा गाड़ पिया सी, यानी बहुत इकट्ठ सी, घमसान, रौनक। कुटुंब के गहगच का मतलब कि टब्बर दे झमेले विच, परियो का मतलब प्यारिया फसिया रहा, कांठे का मतलब कंडे ते लांबे एक पासे। कबीर जी कहते हैं कि जो मनुख सिर्फ टब्बर दे गाड़ विच ही फसिया रहा ते जो प्रभु सी राम का मतलब रमिया होया वो एक पासे ही रह गया, बंदा रब्बी गुणां दे नाल जुड़िया ही नहीं। ते एवें परिवार दे झमेले विच पिया रब्बी गुणां तो वांझे रह के होया कि आए परे धर्म राय के। धर्म राय के दा मतलब धर्मराज दे दूत, यानी आ मौत दे फरिश्ते। ते इत्थे मौत दे फरिश्ते देखो, शरीरक मौत ते सारियां दी होनी है, ये तां असीं हर रोज विचार रहे हां। इत्थे आत्मक मौत वाले जिहड़े औगण ने उन्हां दी गल है। बीचह दा मतलब विच, धूमा धाम दा मतलब रौले गौले विच। इसे रौले गौले दे अंदर ही विकार जिहड़े ने उन्हां ने मनुख नूं घेर लिया और ये आत्मक मौते मर गया। ते इसे तरह ही इहदा शरीरक जिहड़ा जीवन सी वो भी खत्म हो गया। हुण इस श्लोक नूं समझण दी लोड़ है। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਪਰਿਵਾਰ ਦੇ ਨਾਲੋਂ ਤੋੜਿਆ ਜਾ ਰਿਹਾ ਹੈ, ਜਾਂ ਅਸੀਂ ਆਪਣੇ ਪਰਿਵਾਰ ਦੀ ਪਾਲਣਾ ਨਹੀਂ ਕਰਨੀ ਜਾਂ ਫਰਜ਼ ਨਹੀਂ ਨਿਭਾਣੇ। ਇਹ ਗੱਲ ਨਹੀਂ ਹੈ। ਇੱਥੇ ਗੱਲ ਇਹ ਹੈ ਕਿ ਪਰਿਵਾਰ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਰਹਿੰਦਿਆਂ ਰੱਬੀ ਗੁਣਾਂ ਨੂੰ ਨਹੀਂ ਵਿਸਾਰਨਾ। ਇਹ ਗੱਲ ਉਹਨਾਂ ਦੀ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ। ਤੇ ਜਿਹੜੇ ਲੋਕ ਰੱਬੀ ਗੁਣਾਂ ਨੂੰ, ਰੱਬੀ ਰਜ਼ਾ ਨੂੰ ਭੁਲਾ ਦਿੰਦੇ ਨੇ, ਸੱਚ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਦੀ ਫਿਰ ਜ਼ਿੰਦਗੀ ਕੈਸੀ ਹੋ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਦੂਜਿਆਂ ਦੇ ਪਰਿਵਾਰਾਂ ਨੂੰ ਉਜਾੜਦੇ ਨੇ, ਆਪਣੀ ਪ੍ਰਾਪਰਟੀ ਵਧਾਉਣ ਵਾਸਤੇ ਦੂਜਿਆਂ ਦੀ ਪ੍ਰਾਪਰਟੀ ਨੂੰ ਹੜਪਦੇ ਨੇ ਗਲਤ ਢੰਗ ਦੇ ਨਾਲ। ਦਸਾਂ ਨਵਾਂ ਦੀ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਣਾ, ਆਪਣੀ ਪ੍ਰਾਪਰਟੀ ਬਣਾਣੀ, ਚਾਰ ਪੈਸੇ ਬਣਾਣੇ, ਇਹ ਹਰ ਇੱਕ ਦਾ ਫਰਜ਼ ਹੈ, ਕਿਉਂਕਿ ਉਹਨੇ ਆਪਣੀ ਜ਼ਿੰਦਗੀ ਨੂੰ ਠੀਕ ਢੰਗ ਦੇ ਨਾਲ ਨਿਭਾਉਣਾ ਹੈ। ਲੇਕਿਨ 2 ਨੰਬਰ ਦੇ ਧੰਦੇ ਕਰਕੇ, ਅਵਗੁਣਾਂ ਦੇ ਵਿੱਚ ਖਚਤ ਹੋ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਣਾ, ਇਹ ਇੱਕ ਵੱਖਰੀ ਗੱਲ ਹੈ। ਆਪਣੇ ਪਰਿਵਾਰ ਨੂੰ ਸੱਚੀ ਸੁੱਚੀ ਕਿਰਤ ਦੇ ਨਾਲ ਪਾਲਣਾ, ਫਰਜ਼ ਨਿਭਾਣੇ, ਇਹ ਇੱਕ ਵੱਖਰੀ ਗੱਲ ਹੈ। ਔਰ ਆਪਣੇ ਪਰਿਵਾਰ ਨੂੰ ਪਾਲਣ ਲਈ ਦੂਜਿਆਂ ਦੇ ਪਰਿਵਾਰਾਂ ਨੂੰ ਬਰਬਾਦ ਕਰਨਾ, ਦੂਜਿਆਂ ਦੇ ਪਰਿਵਾਰਾਂ ਨੂੰ ਦੁੱਖ ਦੇਣਾ, ਕਿਸੇ ਦੇ ਸੁੱਖਾਂ ਨੂੰ ਤਬਾਹ ਕਰ ਦੇਣਾ, ਇਹ ਇੱਕ ਬਿਲਕੁਲ ਗਲਤ ਗੱਲ ਹੈ। ਤਾਂ ਕਬੀਰ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਜਿਹੜਾ ਇਨਸਾਨ ਸੱਚ ਨੂੰ ਛੱਡ ਕੇ ਕੁਟੰਬੀ ਗਹਿਗਚ ਦੇ ਵਿੱਚ ਫਸਿਆ ਰਹਿੰਦਾ ਹੈ, ਉਹਦੇ ਤੋਂ ਰੱਬੀ ਗੁਣ ਜਿਹੜੇ ਨੇ ਇੱਕ ਪਾਸੇ ਹੀ ਰਹਿ ਜਾਂਦੇ ਨੇ, ਯਾਨੀ ਰੱਬੀ ਗੁਣਾਂ ਦੇ ਨਾਲੋਂ ਉਹ ਟੁੱਟਿਆ ਰਹਿੰਦਾ ਹੈ। ਤੇ ਜਿਹੜਾ ਸਾਰਿਆਂ ਦੇ ਵਿੱਚ ਪ੍ਰਭੂ ਨੂੰ ਨਹੀਂ ਦੇਖਦਾ, ਰੱਬੀ ਗੁਣਾਂ ਦਾ ਜੋ ਧਾਰਨੀ ਨਹੀਂ ਹੁੰਦਾ, ਹੁੰਦਾ ਕੀ ਹੈ, ਆਏ ਪਰੇ ਧਰਮ ਰਾਏ ਕੇ ਵਿੱਚ ਹੈ ਧੂਮਾ ਧਾਮ। ਜਿਹੜੀ ਧੂਮਾ ਧਾਮ ਦੇ ਵਿੱਚ ਸੀ, ਰੌਲੇ ਰੱਪੇ ਦੇ ਵਿੱਚ, ਉਹਦੇ ਉੱਤੇ ਵਿਕਾਰ ਹਾਵੀ ਹੋ ਜਾਂਦੇ ਨੇ ਔਰ ਉਹ ਮਨੁੱਖ ਅਚਨਚੇਤ ਹੀ ਦੁੱਖਾਂ ਦੇ ਅੰਦਰ ਘਿਰ ਜਾਂਦਾ ਹੈ ਔਰ ਆਪਣੇ ਅੰਦਰੋਂ ਇਨਸਾਨੀਅਤ ਨੂੰ ਮੁਕਾ ਦਿੰਦਾ ਹੈ। ਜਿਸ ਚੀਜ਼ ਵਾਸਤੇ ਉਹ ਵਿਕਾਰਾਂ ਦੇ ਰੌਲੇ ਰੱਪੇ ਵਿੱਚ ਪਿਆ ਸੀ, ਉਹ ਪ੍ਰਾਪਤੀ ਨਹੀਂ ਹੁੰਦੀ, ਸੁੱਖ ਨਹੀਂ ਮਿਲਦੇ, ਸ਼ਾਂਤੀ ਨਹੀਂ ਮਿਲਦੀ, ਤੇ ਸਗੋਂ ਦੁਖੀ ਹੋ ਜਾਂਦਾ ਹੈ ਔਰ ਨਾਲ ਆਤਮਕ ਮੌਤ ਸਹਿੜ ਪੈਂਦਾ ਹੈ। ਤਾਂ ਇਸ ਪਾਵਨ ਸ਼ਲੋਕ ਤੋਂ ਸਾਨੂੰ ਇਹ ਸਿੱਖਿਆ ਮਿਲ ਰਹੀ ਹੈ ਕਿ ਅਸੀਂ ਜਿੱਥੇ ਆਪਣੇ ਪਰਿਵਾਰ ਦੇ, ਆਪਣੇ ਜੀਵਨ ਦੇ ਫਰਜ਼ਾਂ ਨੂੰ ਨਿਭਾਉਣਾ ਹੈ, ਗੁਣਾਂ ਨੂੰ ਬੇਸ ਬਣਾ ਕੇ ਨਿਭਾਉਣਾ ਹੈ, ਰੱਬੀ ਗੁਣਾਂ ਦੇ ਨਾਲੋਂ ਟੁੱਟਣਾ ਨਹੀਂ, ਨਹੀਂ ਤਾਂ ਆਤਮਕ ਮੌਤ ਹੋ ਜਾਏਗੀ। ਅਸੀਂ ਆਤਮਕ ਜ਼ਿੰਦਗੀ ਜੀਂਦਿਆਂ ਹੋਇਆਂ
ਰੱਬੀ ਗੁਣਾਂ ਦੇ ਨਾਲ ਜੁੜ ਕੇ ਆਪਣੇ ਫਰਜ਼ਾਂ ਨੂੰ ਨਿਭਾਉਣਾ ਹੈ। ਇੱਥੋਂ ਸਾਨੂੰ ਇਹ ਸਿੱਖਿਆ ਮਿਲਦੀ। ਹੁਣ ਅਗਲੇ ਸ਼ਲੋਕ ਦੇ ਵਿੱਚ ਹੋਰ ਸਪਸ਼ਟ ਕਹਿ ਰਹੇ ਨੇ, ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ। ਇਹਨੂੰ ਗਾਓ ਨਹੀਂ ਪੜਨਾ, ਗਾਉ। ਗਾਉਂ ਦਾ ਮਤਲਬ ਹੁੰਦਾ ਹੈ ਗਾਮ, ਪਿੰਡ। ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਬਪਰਾ ਨਹੀਂ ਪੜਨਾ, ਬਪੁਰਾ। ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਸਾਕਤ ਦਾ ਮਤਲਬ ਜੋ ਪ੍ਰਭੂ ਦੇ ਗੁਣਾਂ ਨਾਲੋਂ ਟੁੱਟਿਆ ਹੋਇਆ ਹੈ, ਰੱਬੀ ਗੁਣਾਂ ਨਾਲੋਂ ਟੁੱਟ ਕੇ ਕੇਵਲ ਔਗਣਾਂ ਵਾਲੀ ਜ਼ਿੰਦਗੀ ਬਿਤਾ ਰਿਹਾ ਹੈ। ਝੂਠ, ਫਰੇਬ, ਲਾਲਚ, ਵੈਰ ਵਿਰੋਧ, ਈਰਖਾ, ਦਵੇਸ਼, ਨਿੰਦਾ, ਚੁਗਲੀ ਆਦਿਕ ਜਿਹੜਾ ਐਸੀ ਜ਼ਿੰਦਗੀ ਬਿਤਾ ਰਿਹਾ। ਸੂਕਰ ਦਾ ਮਤਲਬ ਸੂਰ, ਭਲਾ ਦਾ ਮਤਲਬ ਚੰਗਾ, ਰਾਖੇ ਦਾ ਭਾਵ ਰੱਖਦਾ ਹੈ, ਆਛਾ ਦਾ ਮਤਲਬ ਸੋਹਣਾ ਸਾਫ਼, ਗਾਉਂ ਦਾ ਮਤਲਬ ਪਿੰਡ। ਹੁਣ ਜੋ ਕੁਟੰਬ ਦੇ ਗਹਿਗਚ ਵਿੱਚ ਪੈ ਕੇ ਰੱਬੀ ਗੁਣਾਂ ਨੂੰ ਵਿਸਾਰ ਦਿੰਦਾ ਹੈ, ਕਬੀਰ ਜੀ ਕਹਿੰਦੇ ਨੇ ਐਸੇ ਬੰਦੇ ਨਾਲੋਂ ਸੂਰ ਨੂੰ ਚੰਗਾ ਸਮਝੋ, ਜੋ ਪਿੰਡ ਦੇ ਦੁਆਲੇ ਦਾ ਗੰਦ ਖਾ ਕੇ ਪਿੰਡ ਨੂੰ ਸਾਫ਼ ਰੱਖਦਾ। ਪਿੰਡਾਂ ਦੇ ਵਿੱਚ ਆਮ ਕਰਕੇ ਸੂਰ ਗੰਦਗੀ ਖਾਂਦੇ ਹੁੰਦੇ, ਤੁਸੀਂ ਆਪ ਵੇਖ ਸਕਦੇ ਹੋ, ਤੇ ਉਹ ਪਿੰਡਾਂ ਦੀ ਗੰਦਗੀ ਖਾ ਕੇ ਤੇ ਪਿੰਡ ਨੂੰ ਸਾਫ਼ ਰੱਖਦੇ ਨੇ। ਉਹਦੇ ਨਾਲੋਂ ਤੇ ਉਹ ਚੰਗਾ ਹੈ। ਇੱਕ ਬੰਦਾ ਤੇ ਗੰਦਗੀ ਫੈਲਾ ਰਿਹਾ ਹੈ, ਈਰਖਾ, ਦਵੇਸ਼, ਵੈਰ ਵਿਰੋਧ, 2 ਨੰਬਰ ਦੇ ਧੰਦੇ, ਚੋਰੀਆਂ, ਆਚਰਨਹੀਣਤਾ, ਵੈਰ ਵਿਰੋਧ, ਕਿੰਨਾ ਕੁਛ ਫੈਲਾ ਰਿਹਾ ਹੈ। ਤੇ ਇੱਕ ਸੂਰ ਹੈ ਜੋ ਪਿੰਡ ਦੇ ਅੰਦਰ ਫੈਲਾਈ ਹੋਈ ਗੰਦਗੀ ਨੂੰ ਸਾਫ਼ ਕਰਦਾ ਹੈ ਪਿਆ, ਉਹਦੇ ਨਾਲੋਂ ਸੂਰ ਚੰਗਾ ਹੈ। ਉਹ ਸਾਕਤ ਬਪੁਰਾ ਮਰ ਗਿਆ। ਉਹ ਸਾਕਤ ਜਿਹੜਾ ਵਿਚਾਰਾ ਹੈ, ਬਪੁਰਾ ਦਾ ਮਤਲਬ ਬਦਕਿਸਮਤ, ਬਦਨਸੀਬ, ਐਸਾ ਬੰਦਾ ਜਿਹੜਾ ਹੈ ਆਤਮਕ ਮੌਤੇ ਮਰ ਜਾਂਦਾ ਹੈ ਤੇ ਉਹਦਾ ਕੋਈ ਨਾਮ ਹੀ ਨਹੀਂ ਲੈਂਦਾ। ਐਸੇ ਬੰਦੇ ਦਾ ਕੋਈ ਆਦਰ ਸਤਿਕਾਰ ਨਹੀਂ ਕਰਦਾ, ਨਾ ਤੇ ਜਿਉਂਦਿਆਂ ਆਦਰ ਸਤਿਕਾਰ ਕਰਦਾ ਹੈ ਤੇ ਨਾ ਹੀ ਉਹਦਾ ਸਰੀਰਕ ਜੀਵਨ ਖਤਮ ਹੋਣ ਤੋਂ ਬਾਅਦ ਉਹਨੂੰ ਕੋਈ ਚੰਗਾ ਕਹਿੰਦਾ। ਲਾਹਨਤਾਂ ਹੀ ਲੋਕ ਪਾਉਂਦੇ ਨੇ। ਤਾਂ ਕਬੀਰ ਜੀ ਇੱਥੇ ਸਾਨੂੰ ਸਮਝਾ ਰਹੇ ਹਨ ਕਿ ਭਾਈ ਐਸੇ ਕਰਮ ਨਾ ਕਰੋ ਜਿਨ੍ਹਾਂ ਕਰਮਾਂ ਦੇ ਨਾਲ ਸੰਸਾਰ ਔਰ ਸਮਾਜ ਦੇ ਅੰਦਰ ਗੰਦਗੀ ਫੈਲੇ ਤੇ ਸਮਾਜ ਔਰ ਸੰਸਾਰ ਨਰਕ ਬਣ ਜਾਏ। ਇਹ ਦੁਨੀਆ ਨੂੰ ਕੁਝ ਲੋਕਾਂ ਨੇ, ਜਿਹੜੇ ਲੋਕ ਸੱਚ ਨਾਲੋਂ, ਦਇਆ ਨਾਲੋਂ, ਪ੍ਰੇਮ ਨਾਲੋਂ, ਇਨਸਾਨੀਅਤ ਨਾਲੋਂ ਟੁੱਟੇ ਹੋਏ ਨੇ, ਕਰਕੇ ਇਹ ਸੰਸਾਰ ਨਰਕ ਬਣਿਆ ਹੋਇਆ ਹੈ। ਔਰ ਇਹ ਬੰਦੇ ਨੇ ਹੀ ਬਣਾਇਆ। ਦੇਖੋ, ਸਾਨੂੰ ਆਪਣੇ ਘਰਾਂ ਨੂੰ ਲੋਕ ਲਾ ਕੇ ਰੱਖਣੇ ਪੈਂਦੇ ਨੇ, ਪਸ਼ੂਆਂ ਕਰਕੇ ਨਹੀਂ। ਡਰ ਇਨਸਾਨਾਂ ਦਾ ਹੈ ਚੋਰੀ ਹੋਣ ਦਾ। ਜਿੰਨੇ ਵੀ ਸਿਕਿਉਰਿਟੀ ਕੈਮਰੇ ਜਾਂ ਸਿਕਿਉਰਿਟੀ ਅਲਾਰਮ ਘਰਾਂ ਵਿੱਚ, ਬਾਜ਼ਾਰਾਂ ਵਿੱਚ, ਦੁਕਾਨਾਂ ਤੇ ਲਗਾਏ ਨੇ, ਇਹ ਪਸ਼ੂ ਪੰਛੀਆਂ ਕਰਕੇ ਨਹੀਂ ਲਗਾਏ ਹੋਏ, ਇਹ ਬੰਦਿਆਂ ਕਰਕੇ ਲਗਾਏ ਨੇ। ਜਿੰਨੀਆਂ ਵੀ ਫੌਜਾਂ ਨੇ, ਪੁਲਿਸ ਹੈ, ਐਟਮ ਬੰਬ ਬਣਾਏ ਨੇ, ਇਹ ਬੰਦੇ ਨੂੰ ਕੰਟਰੋਲ ਕਰਨ ਵਾਸਤੇ ਬਣਾਏ ਨੇ, ਪਸ਼ੂਆਂ ਵਾਸਤੇ ਨਹੀਂ ਬਣਾਏ। ਇੰਨਾ ਖਤਰਨਾਕ ਬੰਦਾ ਇਹੋ ਜਿਹੀ ਹਾਲਾਤ ਆਪਣੀ ਔਰ ਆਪਣੇ ਸਮਾਜ ਦੀ ਔਰ ਸੰਸਾਰ ਦੀ ਕੀਤੀ ਹੈ, ਤਾਂ ਇਹ ਬੰਦੇ ਦੀਆਂ ਗਲਤ ਨੀਤੀਆਂ ਕਰਕੇ ਹੈ, ਗੈਰ ਇਨਸਾਨੀਅਤ ਕਰਕੇ ਹੈ। ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਮਨੁੱਖ ਮਾਤਰ ਨੂੰ ਕਿ ਐਸੇ ਕਰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਕਰਮਾਂ ਦੇ ਨਾਲ ਸੰਸਾਰ ਵਿੱਚ ਗੰਦਗੀ ਫੈਲੇ, ਸਮਾਜ ਖਤਰਨਾਕ ਬਣ ਜਾਏ, ਸਮਾਜ ਨਰਕ ਬਣ ਜਾਏ, ਇੱਥੇ ਬੰਦਾ ਕੋਈ ਸੁੱਖ ਦਾ ਸਾਹ ਵੀ ਨਾ ਲੈ ਸਕੇ। ਕਿਵੇਂ ਅਸੀਂ ਦੇਖਦੇ ਹਾਂ, ਜੇ ਅਸੀਂ ਆਪਣੇ ਦੇਸ਼ਾਂ ਵੱਲ ਵੇਖੀਏ ਜਿੱਥੇ ਸਾਡੀ ਜਨਮ ਭੂਮੀ ਹੈ, ਕਿਸੇ ਨੌਜਵਾਨ ਧੀ ਭੈਣ ਨੂੰ ਰਾਤ ਬਰਾਤੇ ਕਿਤੇ ਜਾਣਾ ਪੈ ਜਾਏ ਤਾਂ ਕਿ ਪਿੰਡ ਦੇ ਇੱਕ ਕਿਨਾਰੇ ਤੋਂ ਦੂਜੇ ਵੱਲੋਂ ਜਾ ਸਕਦੀ ਹੈ। ਹਾਲਾਂਕਿ ਕਿੰਨੇ ਕਿੰਨੇ ਧਰਮ ਸਥਾਨ ਇੱਕ ਇੱਕ ਪਿੰਡ ਦੇ ਅੰਦਰ ਨੇ। ਤਾਂ ਇਹ ਕਿੰਨਾ ਲੋਕਾਂ ਨੇ ਕੀਤਾ ਹੈ ਐਸਾ ਹਾਲ, ਜਿਹੜੇ ਪਰਿਵਾਰਕ ਗ੍ਰਹਿਗਤ ਦੇ ਵਿੱਚ ਪਏ ਨੇ ਔਰ ਰੱਬੀ ਗੁਣਾਂ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਹੈ, ਉਹਨਾਂ ਦੇ ਨਾਲੋਂ ਤਾਂ ਕਬੀਰ ਜੀ ਕਹਿੰਦੇ ਨੇ ਸੂਰ ਚੰਗਾ ਹੈ ਵੀ ਘੱਟ ਤੋਂ ਘੱਟ ਉਹ ਪਿੰਡ ਨੂੰ ਸਾਫ਼ ਤੇ ਰੱਖਦਾ। ਇਸ ਲਈ ਬੜੇ ਪਿਆਰ ਦੇ ਨਾਲ ਸਖਤ ਸ਼ਬਦਾਂ ਰਾਹੀਂ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਹੜਾ ਵੀ ਇਨਸਾਨ ਐਸੇ ਮਾੜੇ ਕਰਮ ਕਰੇਗਾ, ਸਮਾਜ ਵਿੱਚ ਗੰਦਗੀ ਫੈਲਾਏਗਾ, ਸਮਾਜ ਨੂੰ ਨਰਕ ਸਮਾਨ ਬਣਾਏਗਾ, ਉਹ ਆਪ ਵੀ ਦੁਖੀ ਹੋਏਗਾ, ਉਹਨੂੰ ਆਦਰ ਮਾਨ ਸਤਿਕਾਰ ਵੀ ਨਹੀਂ ਮਿਲੇਗਾ, ਮਰਨ ਤੋਂ ਬਾਅਦ ਵੀ ਉਹਦੀ ਕਿਸੇ ਨੇ ਸਿਫਤ ਨਹੀਂ ਕਰਨੀ। ਤਾਂ ਐਸੇ ਕਰਮ ਸਾਨੂੰ ਨਹੀਂ ਕਰਨੇ ਚਾਹੀਦੇ।
ਆਪਣੇ ਜੀਵਨ ਵੱਲ ਝਾਤ ਮਾਰਨੀ ਚਾਹੀਦੀ ਹੈ ਕਿ ਮੇਰਾ ਕੋਈ ਐਸਾ ਕਰਮ ਤੇ ਨਹੀਂ ਜਿਹਦੇ ਨਾਲ ਅਸੂਰ ਹੀ ਚੰਗਾ ਹੋਵੇ, ਮੈਂ ਕੋਈ ਗੰਦਗੀ ਤੇ ਨਹੀਂ ਫੈਲਾ ਰਿਹਾ, ਚਾਹੇ ਉਹ ਕਿਸੇ ਜ਼ਿੰਦਗੀ ਹੈ। ਜੇ ਹਰ ਇਨਸਾਨ ਦੁਨੀਆ ਦਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕਿਸੇ ਵੀ ਧਰਮ ਨੂੰ ਮੰਨਣ ਵਾਲੇ, ਨਾ ਮੰਨਣ ਵਾਲੇ, ਜੇ ਹਰ ਇਨਸਾਨ ਇਧਰ ਧਿਆਨ ਦੇਵੇ ਤਾਂ ਇਹ ਜਿਹੜਾ ਸਮਾਜ ਹੈ ਬੜਾ ਸੋਹਣਾ ਬਣ ਸਕਦਾ ਹੈ, ਬੇਗਮਪੁਰਾ ਹੋ ਸਕਦਾ ਹੈ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋੜ। ਕੌਡੀ ਕੌਡੀ ਦਾ ਮਤਲਬ ਥੋੜਾ ਥੋੜਾ ਕਰਕੇ, ਲੱਖਾਂ ਔਰ ਕਰੋੜਾਂ ਬੰਦਾ ਜੋੜਦਾ ਹੈ ਪੈਸਾ ਪੈਸਾ ਕਰਕੇ। ਲੰਗੋਟੀ ਦਾ ਮਤਲਬ ਇੱਕ ਤਾਂ ਹੁੰਦਾ ਹੈ ਲੰਗੋਟ ਬੰਨਣ ਵਾਲਾ, ਜੋ ਬੱਚਿਆਂ ਨੂੰ ਵੀ ਬੰਨੀਦਾ ਹੈ ਔਰ ਜੋ ਪਹਿਲਵਾਨ ਲੋਕ ਵੀ ਬੰਨਦੇ ਨੇ, ਇੱਕ ਤਾਂ ਕੱਪੜਾ ਹੁੰਦਾ ਹੈ। ਪਰ ਇੱਥੇ ਜਿਹੜੀ ਲੰਗੋਟੀ ਹੈ ਨਾ, ਇਹ ਵਾਂਸਲੀ ਨੂੰ ਕਿਹਾ ਜਾ ਰਿਹਾ ਹੈ, ਵਾਂਸਲੀ। ਮੈਂ ਇਧਰ ਰਾਜਸਥਾਨ ਸਾਈਡ ਦੇ ਵਿੱਚ ਆਪ ਵੀ ਇਹ ਚੀਜ਼ਾਂ ਵੇਖੀਆਂ ਨੇ। ਪਹਿਲਾਂ ਹੁੰਦਾ ਸੀ ਕਿ ਇੱਕ ਕੱਪੜਾ ਲੈ ਕੇ ਨਾ, ਤੇ ਉਸ ਕੱਪੜੇ ਦੀ ਇੱਕ ਥੈਲੀ ਸੀ ਲੈਂਦੇ ਸਨ ਲੰਬੀ, ਜਿਹੜੀ ਪੂਰੇ ਲੱਕ ਦੇ ਚਫੇਰੇ ਵਲੀਟੀ ਜਾਏ, ਤੇ ਉਹ ਸਿਰਫ ਇੰਨੀ ਚੌੜੀ ਹੁੰਦੀ ਸੀ ਜਿਹਦੇ ਵਿੱਚ ਇੱਕ ਸਿੱਕਾ ਪੈ ਜਾਂਦਾ ਸੀ। ਤੇ ਲੋਕ ਸਫ਼ਰ ਦੇ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਜਾਣ ਵਾਸਤੇ ਉਸ ਵਾਂਸਲੀ ਦੇ ਵਿੱਚ ਪੈਸੇ ਪਾ ਕੇ ਨਾ ਤੇ ਆਪਣੇ ਲੱਕ ਦੇ ਨਾਲ ਬੰਨ ਲੈਂਦੇ ਸਨ। ਮੈਂ ਆਪ ਵੀ ਇਹ ਚੀਜ਼ਾਂ ਇਧਰ ਰਾਜਸਥਾਨ ਵੱਲ ਆਮ ਹੁੰਦੀਆਂ ਸਨ, ਅਲਵਰਪੁਰ, ਭਰਤਪੁਰ ਵਾਲੇ ਪਾਸੇ, ਉੱਥੋਂ ਦੇ ਇਲਾਕੇ ਦੇ ਜਿਹੜੇ ਮੁਸਲਮਾਨ ਨੇ ਜਾਂ ਮਾਲੀ ਵਿਕਾਰੇ ਵਗੈਰਾ ਨੇ, ਉਹ ਇਹ ਚੀਜ਼ਾਂ ਬੰਨਦੇ ਰਹੇ ਨੇ, ਲੋਕ ਐਵੇਂ ਬੰਨ ਲੈਂਦੇ ਸਨ। ਕਿਉਂਕਿ ਚੋਰ ਜਿਹੜੇ ਲੁਟੇਰੇ ਨੇ ਉਹ ਕਈ ਵਾਰ ਲੁੱਟ ਲੈਂਦੇ ਸੀ, ਜੇਬ ਵਿੱਚੋਂ ਡਿੱਗਣ ਦਾ ਖਤਰਾ ਹੁੰਦਾ ਸੀ, ਤੇ ਲੋਕ ਲੱਕ ਦੇ ਨਾਲ ਬੰਨ ਲੈਂਦੇ ਸਨ ਪੈਸੇ ਨਾਲ। ਹੁਣ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਬੰਦਾ ਕੀ ਕਰਦਾ ਹੈ, ਵੀ ਪੈਸਾ 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 ਕਰਕੇ ਜੋੜਦਾ ਹੈ। ਕਈ ਲੋਕ ਜਿਹੜੀ ਵਾਂਸਲੀ ਉਹਨੂੰ ਲੱਕ ਦੇ ਨਾਲ ਹੀ ਬੰਨੀ ਰੱਖਦੇ ਸਨ, ਤੇ ਜਦੋਂ ਬੰਦਾ ਮਰਦਾ ਹੈ ਉਦੋਂ ਉਹਦੀ ਉਹ ਵਾਂਸਲੀ ਵੀ ਖੋਲ ਲੈਂਦੇ ਸਨ ਕਿ ਉਹਦੇ ਵਿੱਚ ਕੋਈ 4 ਪੈਸੇ ਨਾ ਹੋਣ, ਜੇ ਕੋਈ ਰੁਪਈਆ 2 ਰੁਪਈਆ ਵੀ ਸੀ ਉਹ ਵੀ ਕੱਢ ਲੈਂਦੇ ਸਨ। ਇਹ ਚੀਜ਼ ਨੂੰ ਅਸੀਂ ਹੋਰ ਢੰਗ ਦੇ ਨਾਲ ਵੀ ਸਮਝ ਲੈਂਦੇ ਹਾਂ ਕਿ ਜਿਸ ਦਿਨ ਸਾਡੀ ਮੌਤ ਹੋਏਗੀ ਜਾਂ ਸਾਡੇ ਮਾਂ-ਬਾਪ ਦੀ ਮੌਤ ਹੋਈ ਜਾਂ ਕਿਸੇ ਦੀ ਵੀ ਹੁੰਦੀ ਹੈ, ਤਾਂ ਸਾਰਿਆਂ ਤੋਂ ਪਹਿਲਾਂ ਕੀ ਹੁੰਦਾ ਹੈ ਵੀ ਬਾਪੂ ਨੇ ਕੜਾ ਪਾਇਆ ਹੈ, ਇਹਦਾ ਕੜਾ ਲਾ ਲਓ, ਛਾਪ ਲਾ ਲਓ। ਬਾਪੂ ਨੇ ਇੱਕ ਛਾਪ ਵੀ ਪਾਈ ਸੀ, ਉਹ ਕਿੱਧਰ ਗਈ ਹੈ, ਵੀ ਕਿਸੇ ਹੋਰ ਨੇ ਤੇ ਨਹੀਂ ਲਾ ਲਈ। ਲਾ ਲੈਂਦੇ ਨਾ ਸਾਰਾ ਕੁਝ, ਵੀ ਬਾਪੂ ਦੇ ਜੇਬ ਵਿੱਚ ਕੁਝ ਰਹਿ ਨਾ ਜਾਏ। ਮੋਬਾਈਲ ਫੋਨ ਵੀ ਕੱਢ ਲਓ, ਇਹਨੇ ਹੁਣ ਕਿਹੜਾ ਜਾ ਕੇ ਉੱਥੇ ਵੀਡੀਓ ਕਾਲ ਕਰਨੀ ਹੈ, ਜਾਂ ਕੱਢ ਲੈਂਦੇ ਨੇ ਸਾਰਾ ਕੁਝ, ਕਾਰਡ ਵੀ ਕੱਢ ਲੈਂਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਕਿ ਬੰਦਾ ਰੱਬ ਨਾਲੋਂ ਟੁੱਟ ਕੇ, ਗੁਨਾਹ ਨਾਲੋਂ ਟੁੱਟ ਕੇ, ਇਨਸਾਨੀਅਤ ਨਾਲੋਂ ਟੁੱਟ ਕੇ ਕਿਵੇਂ ਕੌਡੀ ਕੌਡੀ ਕਰਕੇ ਲੱਖਾਂ ਔਰ ਕਰੋੜਾਂ ਜੋੜਦਾ ਹੈ, ਤੇ ਜਦੋਂ ਇਹ ਦੁਨੀਆ ਨੂੰ ਛੱਡਦਾ ਹੈ ਤੇ ਜਿਹੜੀ ਲੰਗੋਟੀ ਹੈ ਉਹ ਵੀ ਤੋੜ ਲਈ ਜਾਂਦੀ ਹੈ। ਭਾਵ ਕਿ ਜਿਹੜਾ ਕੋਈ 4 ਪੈਸੇ ਨੇ ਉਹ ਕੱਢ ਲੈ ਜਾਂਦੇ ਨੇ, ਨਾਲ ਕੱਖ ਵੀ ਨਹੀਂ ਜਾਂਦਾ। ਤਾਂ ਹੁਣ ਇੱਥੇ ਨਿਰਾਸ਼ਾਵਾਦ ਨਹੀਂ ਪੈਦਾ ਕੀਤੀ ਜਾ ਰਹੀ, ਇੱਥੇ ਗੱਲ ਸਾਨੂੰ ਸਿਰਫ ਇਹ ਸਮਝਾਈ ਜਾ ਰਹੀ ਹੈ ਕਿ ਇਸ ਦੁਨੀਆ ਤੋਂ ਨਾਲ ਕਦੇ ਵੀ ਕਿਸੇ ਨੇ ਕੁਝ ਨਹੀਂ ਲੈ ਜਾਣਾ, ਕਿਸੇ ਦੇ ਵੀ ਨਾਲ ਨਹੀਂ ਗਿਆ, ਨਾ ਸਾਡਿਆਂ ਪਹਿਲਿਆਂ ਦੇ ਨਾਲ ਗਿਆ ਹੈ, ਨਾ ਸਾਡੇ ਨਾਲ ਨਾ ਜਾਣਾ ਹੈ, ਨਾ ਕਿਸੇ ਹੋਰ ਨਾਲ ਜਾਣਾ ਹੈ। ਤਾਂ ਇਸ ਲਈ ਜਦੋਂ ਕੁਝ ਨਾਲ ਜਾਣਾ ਹੀ ਨਹੀਂ, ਤਾਂ ਫਿਰ ਸਾਨੂੰ ਇਹ ਜ਼ਿੰਦਗੀ ਜੀਣ ਲੱਗਿਆ ਠੱਗੀਆਂ ਨਹੀਂ ਮਾਰਨੀਆਂ ਚਾਹੀਦੀਆਂ, 2 ਨੰਬਰ ਦੇ ਧੰਦੇ ਨਹੀਂ ਕਰਨੇ ਚਾਹੀਦੇ, ਲੁੱਟ ਖਸੁੱਟ ਨਹੀਂ ਕਰਨੀ ਚਾਹੀਦੀ, ਰਿਸ਼ਵਤਖੋਰੀ ਨਹੀਂ ਕਰਨੀ ਚਾਹੀਦੀ, ਮਿਲਾਵਟੀ ਸਮਾਨ ਨਹੀਂ ਵੇਚਣਾ ਚਾਹੀਦਾ। ਸਾਨੂੰ ਇਮਾਨਦਾਰੀ ਵਾਲੀ ਜ਼ਿੰਦਗੀ ਜੀਣੀ ਚਾਹੀਦੀ ਹੈ, ਪਹਿਲੀ ਗੱਲ ਇਹ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਬੰਦਾ ਰੱਬੀ ਗੁਨਾਹ ਨਾਲੋਂ ਟੁੱਟ ਕੇ ਸਿਰਫ ਸੰਸਾਰ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ, ਆਖਿਰ ਉਹਦੀ ਆਤਮਿਕ ਮੌਤ ਹੋ ਜਾਂਦੀ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਤੇ ਜਿਹੜੇ ਪੈਸਾ ਜਾਂ ਜੋ ਵੀ ਜੋੜਿਆ ਹੁੰਦਾ ਹੈ ਉਹ ਉਹਨੂੰ ਆਤਮਿਕ ਮੌਤ ਤੋਂ ਨਹੀਂ ਬਚਾਉਂਦਾ, ਸਗੋਂ ਉਹਦੀ ਆਤਮਿਕ ਮੌਤ ਦਾ ਕਾਰਨ ਬਣ ਜਾਂਦਾ ਹੈ। ਤਾਂ ਮੁੱਕਦੀ ਗੱਲ ਇਹ ਹੈ, ਕਬੀਰ ਜੀ ਸਾਨੂੰ ਹਰ ਮਨੁੱਖ ਮਾਤਰ ਨੂੰ, ਇਸਤਰੀ ਪੁਰਸ਼ ਨੂੰ ਇਹ ਸਮਝਾ ਰਹੇ ਨੇ ਕਿ ਪਿਆਰਿਓ, 2 ਨੰਬਰ ਦੇ ਧੰਦੇ ਸਾਨੂੰ ਨਹੀਂ ਕਰਨੇ ਚਾਹੀਦੇ, ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ, ਸੱਚੀ ਸੁੱਚੀ ਕਿਰਤ ਕਰਨੀ ਚਾਹੀਦੀ ਹੈ, ਕਿਉਂਕਿ ਨਾਲ ਕੁਝ ਵੀ ਨਹੀਂ ਜਾਣਾ ਹੈ, ਸਾਰਾ ਕੁਝ ਇੱਥੇ ਦਾ ਇੱਥੇ ਧਰਿਆ ਧਰਾਇਆ ਰਹਿ ਜਾਣਾ ਹੈ। ਤੇ ਇਹਨਾਂ ਚੀਜ਼ਾਂ ਵਾਸਤੇ ਆਪਣੇ ਅੰਦਰੋਂ ਇਨਸਾਨੀਅਤ ਨੂੰ ਮਾਰ ਦੇਣਾ ਕਦੇ ਵੀ ਚੰਗਾ ਔਰ ਲਾਭਦਾਇਕ ਨਹੀਂ ਹੈ। ਕਬੀਰ ਬੈਸ ਨੂੰ ਹੁਆ ਤਾਂ ਕਿਆ ਭਇਆ,
ਮਾਲਾ ਮੇਲੀ ਚਾਰ। ਇੱਥੇ ਮੇਲੀ ਨਹੀਂ ਪੜਨਾ, ਬਿੰਦੀ ਜਿਵੇਂ ਨਾਲ ਲੱਗੀ ਹੋਈ ਹੈ ਉਹਨੂੰ ਮੇਲੀ ਪੜਨਾ ਹੈ। ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ, ਭੀਤਰ ਭਰੀ ਪੰਗਾਰ। ਵੈਸ਼ਨੋ ਦਾ ਮਤਲਬ ਹੈਗਾ ਵਿਸ਼ਨੂੰ ਦਾ ਭਗਤ ਹੋ ਜਾਣਾ, ਯਾਨੀ ਮੱਥੇ ਤੇ ਤਿਲਕ ਲਾ ਲੈਣਾ ਤੇ ਕੋਈ ਵਿਸ਼ੇਸ਼ ਕਿਸਮ ਦਾ ਬਾਣਾ ਪਾ ਲੈਣਾ। ਮਾਲਾ ਮੇਲੀ ਚਾਰ ਦਾ ਮਤਲਬ ਚਾਰ ਕਿਸਮ ਦੀਆਂ ਮਾਲਾ ਪਾ ਲੈਣੀਆਂ। ਇਹਦੇ ਵਾਸਤੇ ਮੈਂ ਜਿਹੜਾ ਗਰੁੱਪ ਹੈ ਨਾ ਆਪਣਾ ਕਿਵ ਸਚਿਆਰਾ ਹੋਈ ਹੈ, ਉਸ ਗਰੁੱਪ ਦੇ ਵਿੱਚ ਮੈਂ ਮਾਲਾ ਬਾਰੇ ਪਾ ਦਿੱਤਾ ਹੈ। ਜੇ ਵਿਸਥਾਰ ਨਾਲ ਕੋਈ ਵੀਰ ਭੈਣ ਪੜ੍ਹਨਾ ਚਾਹੇ ਤੇ ਉੱਥੋਂ ਪੜ੍ਹ ਸਕਦੇ ਹੋ। ਚਾਰ ਕਿਸਮ ਦੀਆਂ ਮਾਲਾ ਪਾ ਲਈਆਂ, ਅਲੱਗ-ਅਲੱਗ ਕਿਸਮ ਦੀਆਂ ਮਾਲਾਵਾਂ ਨੇ, ਉਹ ਮੈਂ ਗਰੁੱਪ ਵਿੱਚ ਪਾਤਾ, ਉੱਥੋਂ ਆਪ ਆਰਾਮ ਨਾਲ ਵਿਸਥਾਰ ਸਹਿਤ ਪੜ੍ਹ ਲਿਓ। ਬਾਹਰ ਕੰਚਨ ਬਾਰਹਾ, ਬਾਰਹਾ ਦਾ ਮਤਲਬ ਇੱਥੇ 12 ਵੰਨੀ ਦਾ, ਜਿਵੇਂ ਅਸੀਂ ਕਹਿੰਦੇ 12 ਵੰਨੀ ਦਾ ਸੋਨਾ ਹੈ, ਸ਼ੁੱਧ ਸੋਨਾ, ਬਿਲਕੁਲ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਕੰਚਨ ਦਾ ਮਤਲਬ ਸੋਨਾ, ਬਾਹਰਾ ਦਾ ਮਤਲਬ 12 ਵੰਨੀ ਦਾ ਸ਼ੁੱਧ। ਭੀਤਰ ਦਾ ਮਤਲਬ ਅੰਦਰ। ਭਰੀ ਭੰਗਾਰ, ਇੱਥੇ ਭੰਗਾਰ ਦਾ ਮਤਲਬ ਹੈਗਾ ਲਾਖ। ਜਿਹੜੀ ਲਾਖ ਹੁੰਦੀ ਹੈ, ਜਿਹੜੀ ਭੁਰ ਜਾਂਦੀ ਹੈ, ਜੋ ਰੁੱਖਾਂ ਦੇ ਉੱਤੋਂ ਗੂੰਦ ਜੀ ਨਿਕਲਦੀ ਹੈ, ਉਹਦੀ ਗੱਲ ਕੀਤੀ ਹੋਈ ਹੈ। ਹੁਣ ਕਬੀਰ ਜੀ ਕਹਿੰਦੇ ਨੇ ਵੀ ਜੇ ਕੋਈ ਵਿਸ਼ਨੂੰ ਦਾ ਭਗਤ ਹੋ ਜਾਏ, ਯਾਨੀ ਬਾਹਰੀ ਜਿਹੜਾ ਹੈ ਭੇਸ਼ ਬਣਾ ਲਵੇ ਬੰਦਾ, ਕਿ ਬਾਹਰੀ ਤੌਰ ਤੇ ਉਹ ਕੀ ਕਰੇ, ਕਿ ਬਾਹਰੀ ਤੌਰ ਦੇ ਉੱਤੇ ਆਪਣਾ ਭੇਸ਼ ਬਣਾ ਲਵੇ, ਮਾਲਾ ਪਾ ਲਵੇ, ਤਾਂ ਕਬੀਰ ਜੀ ਕਹਿੰਦੇ ਨੇ ਕਿਆ ਪਿਆ, ਇਹਦੇ ਨਾਲ ਕੀ ਹੋਏਗਾ? ਕੁਝ ਵੀ ਨਹੀਂ ਹੋਣਾ। ਰੱਬ ਦਾ ਸਿਮਰਨ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ ਨਿਰਾ ਧਨ ਕਮਾਉਣ ਵਾਲੇ ਬੰਦੇ ਉਮਰ ਅਜਾਈ ਗਵਾਉਂਦੇ ਨੇ, ਇੱਥੇ ਪਿਆਰ ਰਹਿ ਜਾਂਦਾ ਹੈ। ਪਹਿਲਾਂ ਤੇ ਉਹਨਾਂ ਦੀ ਗੱਲ ਕੀਤੀ ਹੈ ਕਿ ਰੱਬੀ ਗੁਣਾਂ ਨੂੰ ਛੱਡ ਦੇਣਾ, ਇਨਸਾਨੀਅਤ ਨੂੰ ਛੱਡ ਕੇ 2 ਨੰਬਰ ਦੇ ਧੰਦੇ ਕਰ ਕਰਕੇ ਪੈਸਾ ਇਕੱਠਾ ਕਰਨਾ, ਉਹਨਾਂ ਦਾ ਜੀਵਨ ਬੇਕਾਰ ਹੈ, ਕਿਉਂਕਿ ਉਹਨੇ ਇੱਥੇ ਹੀ ਰਹਿ ਜਾਣਾ ਹੈ। ਔਰ ਉਹ ਇਨਸਾਨੀਅਤ ਆਪਣੇ ਅੰਦਰੋਂ ਖਤਮ ਕਰ ਬੈਂਦੇ ਨੇ, ਖੁਸ਼ੀਆਂ ਖਤਮ ਕਰ ਬੈਂਦੇ ਨੇ, ਸੰਸਾਰ ਨੂੰ ਔਰ ਸਮਾਜ ਨੂੰ ਨਰਕ ਬਣਾ ਦਿੰਦੇ ਨੇ। ਇੱਕ ਤੇ ਉਹ ਨੇ ਜਿਹੜੇ ਸੱਚ ਨੂੰ ਛੱਡ ਕੇ ਕੇਵਲ ਪੈਸੇ ਪਿੱਛੇ ਪੈ ਗਏ, ਤੇ ਦੂਜੀ ਕਿਸਮ ਦੇ ਲੋਕ ਐਸੇ ਨੇ ਜਿਹੜੇ ਸੱਚ ਨੂੰ ਛੱਡ ਕੇ ਕੇਵਲ ਧਾਰਮਿਕ ਤੌਰ ਤੇ ਭੇਖ ਧਾਰਨ ਕਰ ਰਹੇ ਨੇ, ਔਰ ਉਹ ਵੀ ਲੋਕਾਂ ਨੂੰ ਵਿਖਾ ਰਹੇ ਨੇ, ਲੁੱਟੀ ਰਹੇ ਨੇ, ਮਰ ਆਤਮਿਕ ਮੌਤੇ ਉਹ ਵੀ ਜਾਂਦੇ ਨੇ। ਚੰਗੇ ਉਹ ਵੀ ਨਹੀਂ, ਉਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੇ ਨੇ। ਹੁਣ ਪਹਿਲੇ ਤੇ ਉਹ ਸਨ ਜਿਨ੍ਹਾਂ ਨੇ ਸੱਚ ਨੂੰ ਛੱਡ ਕੇ 2 ਨੰਬਰ ਦੇ ਧੰਦਿਆਂ ਨੂੰ ਅਪਣਾ ਲਿਆ, ਤੇ ਦੂਜੇ ਲੋਕ ਉਹ ਨੇ ਜਿਨ੍ਹਾਂ ਨੇ ਨਿਰਾ ਭੇਖ ਨੂੰ ਹੀ ਭਗਤੀ ਸਮਝ ਲਿਆ, ਨਿਰਾ ਭੇਖ ਨੂੰ ਹੀ ਧਰਮ ਸਮਝ ਲਿਆ, ਔਰ ਭਗਤੀ ਮਾਰਗ ਸਮਝ ਕੇ ਸੱਚਾ ਜੀਵਨ ਨਹੀਂ ਜੀਵਿਆ। ਉਹਨਾਂ ਨੇ ਵੀ ਕੁਝ ਨਹੀਂ ਖੱਟਿਆ। ਕਬੀਰ ਜੀ ਕਹਿੰਦੇ ਨੇ, ਕਬੀਰ ਵੈਸ਼ਨੂ ਹੁਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ। ਕਿ ਜੇ ਕਿਸੇ ਮਨੁੱਖ ਨੇ ਤਿਲਕ ਚੱਕਰ ਲਾ ਲਿਆ, 4-5 ਮਾਲਾ ਪਾ ਲਈਆਂ, ਆਪਣੇ ਆਪ ਨੂੰ ਵੈਸ਼ਨਵ ਭਗਤ ਖਵਾ ਲਿਆ, ਗੁਣਾਂ ਦਾ ਧਾਰਨੀ ਨਹੀਂ, ਤਾਂ ਕਬੀਰ ਜੀ ਕਹਿੰਦੇ ਨੇ ਇਹਦੇ ਨਾਲ ਕੀ ਹੋਏਗਾ? ਕੁਝ ਵੀ ਨਹੀਂ। ਇਹਦੇ ਨਾਲ ਕੀ ਹੋਏਗਾ? ਚੋਲੇ ਪਾਈ ਫਿਰੋ, ਮਾਲਾ ਪਾਈ ਫਿਰੋ, ਸਮਾਧੀਆਂ ਲਾਉਂਦੇ ਰਹੋ, ਧਾਰਮਿਕ ਚਿੰਨ੍ਹ ਧਾਰਨ ਕਰ ਲਓ, ਤਿਲਕ ਲਾ ਲਓ, ਪਰ ਜੇ ਅੰਦਰ ਸੱਚ ਨਹੀਂ, ਦਇਆ ਨਹੀਂ, ਇਨਸਾਨੀਅਤ ਨਹੀਂ, ਪ੍ਰੇਮ ਨਹੀਂ, ਨਿਰਭੈਤਾ ਨਹੀਂ, ਨਿਰਵੈਰਤਾ ਨਹੀਂ, ਤਾਂ ਇਹ ਭੇਖ ਕੀ ਕਰਨਗੇ? ਇਹ ਤੇ ਇੰਜੇ ਬਾਹਰ ਕੰਚਨ ਬਾਹਰਾ, ਬਾਰਹਾ, ਇਹਨੂੰ ਬਾਹਰਾ ਨਹੀਂ ਪੜਨਾ, ਬਾਰਹਾ। ਬਾਹਰਾ ਦਾ ਮਤਲਬ 12 ਵੰਨੀ ਦਾ ਸੋਨਾ, ਬਾਹਰ ਦਾ ਮਤਲਬ ਬਾਹਰੋਂ। ਜਿਵੇਂ ਬਾਹਰ ਤੇ ਬਿਲਕੁਲ ਸ਼ੁੱਧ ਸੋਨਾ ਹੋਵੇ ਤੇ ਅੰਦਰ ਉਹਦੇ ਲਾਖ ਭਰੀ ਹੋਵੇ, ਯਾਨੀ ਲਾਖ ਦੇ ਉੱਤੇ ਜੇ ਕੋਈ ਸੋਨੇ ਦੀ ਪਰਤ ਚੜਾ ਦੇਵੇ, 1 ਤੋਲਾ ਸੋਨੇ ਦੀ ਪਰਤ ਬਣਾ ਕੇ ਤੇ ਵਿੱਚ 10 ਤੋਲੇ ਲਾਖ ਭਰ ਦੇਵੇ ਤੇ ਕਵੇ ਕਿ 11 ਤੋਲੇ ਸੋਨਾ ਹੈ, ਤਾਂ ਉਹ ਤਾਂ ਬੇਕਾਰ ਹੈ ਨਾ, ਕਿਉਂਕਿ ਅੰਦਰ ਤੇ ਲਾਖ ਭਰੀ ਪਈ ਹੈ, ਸ਼ੁੱਧ ਸੋਨਾ ਤੇ ਹੈ ਨਹੀਂ। ਬਾਹਰੋਂ ਸ਼ੁੱਧ ਸੋਨਾ ਦਿਸ ਰਿਹਾ ਹੈ, ਪਿੱਤਲ ਆਦਿਕ ਦੇ ਉੱਤੇ, ਲਾਖ ਦੇ ਉੱਤੇ ਸੋਨੇ ਦੀ ਪਾਲਿਸ਼ ਕਰ ਦਿੱਤੀ ਹੈ, ਤਾਂ ਪਾਲਿਸ਼ ਕਰਨ ਦੇ ਨਾਲ ਉਹ ਸੋਨਾ ਥੋੜਾ ਹੋ ਗਿਆ, ਜਿਹੜਾ ਉਹਨੂੰ ਖਰੀਦੇਗਾ ਉਹ ਤੇ ਪੈਸਾ ਬੇਕਾਰ ਜਾਏਗਾ ਨਾ। ਇਸੇ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਉਹ ਬੰਦਾ ਤੇ ਉਹਦੇ ਵਰਗਾ ਹੈ ਕਿ ਅੰਦਰ ਖੋਟ ਭਰਿਆ ਹੋਵੇ ਤੇ ਉਹਦੇ ਉੱਤੇ ਕੋਈ ਸੋਨੇ ਦੀ ਪਾਲਿਸ਼ ਕਰ ਦੇਵੇ, ਉਹ ਬੇਕਾਰ ਔਰ ਵਿਅਰਥ ਹੈ। ਇਸੇ ਤਰ੍ਹਾਂ ਕੇਵਲ ਬਾਹਰੀ ਤੌਰ ਤੇ ਧਾਰਮਿਕ ਦਿਸਣਾ, ਧਾਰਮਿਕ ਚਿੰਨ੍ਹ ਧਾਰਨ ਕਰ ਲੈਣੇ, ਮਾਲਾ ਪਾ ਲੈਣੀਆਂ, ਤਿਲਕ ਆਦਿਕ ਲਾ ਲੈਣੇ, ਵੈਸ਼ਨੂ ਹੋ ਜਾਣਾ, ਇਹ ਉਸੇ ਤਰ੍ਹਾਂ ਬੇਕਾਰ
ਹੰਕਾਰ ਹੈ, ਜਿਵੇਂ ਸੱਚ ਨੂੰ ਛੱਡ ਕੇ ਕੋਈ 2 ਨੰਬਰ ਦੇ ਧੰਦੇ ਕਰੀ ਜਾਵੇ, ਇਹ ਵੀ 2 ਨੰਬਰ ਦਾ ਕੰਮ ਹੀ ਹੈ। ਇਹਦੇ ਨਾਲ ਵੀ ਸ਼ਾਂਤੀ ਪੈਦਾ ਨਹੀਂ ਹੋਏਗੀ। ਤੇ ਹੁਣ ਇਸ ਦੁਨੀਆ ਵੱਲ ਇੱਕ ਝਾਤ ਮਾਰ ਕੇ ਵੇਖੋ, ਕਿੰਨੇ ਲੋਕ ਤੀਰਥਾਂ ਤੇ ਨਹਾ ਰਹੇ ਨੇ, ਕਿੰਨੇ ਲੋਕ ਵਰਤਨ ਰਾਤੇ ਸਰਾਧ ਕਰ ਰਹੇ ਨੇ, ਕਿੰਨੇ ਲੋਕ ਸਮਾਧੀਆਂ ਲਾ ਰਹੇ ਨੇ, ਮੈਡੀਟੇਸ਼ਨ ਕਰ ਰਹੇ ਨੇ, ਪਾਠ ਪੂਜਾ ਕਰ ਰਹੇ ਨੇ, ਕਿੰਨੀ ਭੀੜ ਹੈ, ਲੇਕਿਨ ਸਚਾਈ ਕਿਤੇ ਹੈ ਨਹੀਂ। ਬੰਦਾ ਕਿੰਨੇ ਧਰਮ ਸਥਾਨਾਂ ਵਿੱਚ ਜਾ ਰਿਹਾ ਹੈ ਆਪੋ ਆਪਣੇ ਉਸ ਹਿਸਾਬ ਦੇ ਨਾਲ, ਲੇਕਿਨ ਚੋਰੀਆਂ ਲੱਭਣ ਵਾਸਤੇ ਪੁਲਿਸ ਨੇ ਕੁੱਤੇ ਰੱਖੇ ਨੇ, ਬੰਦਿਆਂ ਦੀਆਂ ਚੋਰੀਆਂ ਕੁੱਤੇ ਲੱਭਦੇ ਫਿਰਦੇ ਨੇ, ਥਾਂ ਥਾਂ ਤੇ ਸਿਕਿਉਰਿਟੀ ਕੈਮਰੇ ਲਾਣੇ ਪੈਂਦੇ ਨੇ, ਫੌਜਾਂ ਰੱਖਣੀਆਂ ਪੈਂਦੀਆਂ ਨੇ, ਪੁਲਿਸ ਰੱਖਣੀ ਪੈਂਦੀ। ਤਾਂ ਇਹ ਕਾਰਨ ਕੀ ਹੈ? ਇਹ ਕਾਰਨ ਹੈ ਕਿ ਬੰਦਾ ਬਾਹਰੀ ਤੌਰ ਤੇ ਧਰਮ ਦੀਆਂ ਗੱਲਾਂ ਕਰੀ ਜਾ ਰਿਹਾ, ਬਾਹਰੀ ਤੌਰ ਤੇ ਧਾਰਮਿਕ ਪਹਿਨਾਵਾ ਪਾਇਆ ਹੋਇਆ, ਲੇਕਿਨ ਅੰਦਰ ਤੇ ਭੰਗਾਰ ਭਰੀ ਪਈ ਹੈ, ਅੰਦਰ ਤੇ ਵਿਕਾਰ ਭਰੇ ਪਏ ਨੇ। ਤਾਂ ਇੱਥੇ ਬਾਹਰੀ ਤੌਰ ਤੇ ਇਹਨਾਂ ਸਾਧਨਾਂ ਦਾ ਬਿਲਕੁਲ ਖੰਡਨ ਕਰਕੇ ਕਬੀਰ ਜੀ ਸਾਨੂੰ ਸੱਚ ਦੇ ਨਾਲ ਜੋੜਨਾ ਚਾਹੁੰਦੇ ਨੇ ਕਿ ਅਸਲ ਜੋ ਮਨੁੱਖ ਦਾ ਮਾਰਗ ਹੈ ਨਾ, ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਿਆ ਸੀ, ਕਿਵ ਸਚਿਆਰਾ ਹੋਈ ਹੈ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨਾ ਹੀ ਧਰਮ ਹੈ। ਤਾਂ ਇੱਥੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਕੇਵਲ ਧਾਰਮਿਕ ਦਿਸਣਾ, ਕੇਵਲ ਧਾਰਮਿਕ ਚਿੰਨ੍ਹ ਧਾਰਨ ਕਰਨ ਦੇ ਨਾਲ ਵੀ ਬੰਦੇ ਦਾ ਕੁਝ ਨਹੀਂ ਸਮਝਦਾ, ਬੰਦੇ ਨੂੰ ਕੋਈ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਕੋਈ ਇਹਦੀ ਸੋਚ ਉੱਚੀ ਨਹੀਂ ਹੁੰਦੀ। ਇਸ ਲਈ ਸੋਚ ਉੱਚੀ ਕਰਨ ਵਾਸਤੇ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ। ਹੁਣ ਸਾਨੂੰ ਕਰਨਾ ਕੀ ਚਾਹੀਦਾ? ਅਗਲਿਆਂ ਸ਼ਲੋਕਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਨੇ। ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਰੋੜਾ ਦਾ ਮਤਲਬ ਨਿੱਕਾ ਜਿਹਾ ਰੋੜਾ, ਜਿਵੇਂ ਕੋਈ ਇੱਟ ਟੁੱਟੀ ਹੋਵੇ ਤੇ ਨਿੱਕੇ ਨਿੱਕੇ ਰੋੜੇ ਨੇ। ਹੁਣ ਕਈ ਵਾਰ ਬੰਦੇ ਨਾ ਬੜਾ ਹੰਕਾਰ ਕਰਦੇ ਨੇ ਕਿ ਮੈਂ ਤੇ ਚਟਾਨ ਦੀ ਤਰ੍ਹਾਂ ਹਾਂ, ਮੈਂ ਨਹੀਂ ਡੋਲਦਾ, ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ। ਕਿਸੇ ਦੇ ਰਾਹ ਦੇ ਵੱਡੇ ਵੱਡੇ ਰੋੜੇ ਚਟਾਨਾਂ ਬਣੇ ਹੋਏ ਨੇ, ਰਾਹ ਰੋਕਦੇ ਨੇ ਲੋਕ, ਹੰਕਾਰੀ ਨੇ, ਜਿਨ੍ਹਾਂ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ, ਜੋ ਦੂਜਿਆਂ ਨੂੰ ਨੀਵਾਂ ਸਮਝਦੇ ਨੇ, ਦੂਜਿਆਂ ਦੀਆਂ ਭਾਵਨਾਵਾਂ ਨੂੰ ਕਤਲ ਕਰਦੇ ਨੇ। ਐਸਾ ਕਦੇ ਵੀ ਚੰਗਾ ਨਹੀਂ ਹੈ ਭਾਈ, ਕਿਉਂਕਿ ਹਰ ਇਨਸਾਨ ਹੈ, ਹਰ ਇਨਸਾਨ ਦੀਆਂ ਭਾਵਨਾਵਾਂ ਨੇ, ਹਰ ਇੱਕ ਦਾ ਦਿਲ ਸਾਡੇ ਵਰਗਾ ਹੈ, ਹਰ ਬੰਦਾ ਸਾਡੀ ਤਰ੍ਹਾਂ ਹੀ ਮਹਿਸੂਸ ਕਰਦਾ ਹੈ। ਜਿਵੇਂ ਕੋਈ ਸਾਡੀ ਇਨਸਲਟ ਕਰੇ ਤਾਂ ਸਾਨੂੰ ਮਾੜਾ ਲੱਗਦਾ ਹੈ ਨਾ, ਇਸੇ ਤਰ੍ਹਾਂ ਦੂਜਿਆਂ ਨੂੰ ਵੀ ਮਾੜਾ ਲੱਗਦਾ। ਜੇ ਸਾਡੇ ਸੁੱਖ ਖਤਮ ਹੋ ਜਾਣ ਅਸੀਂ ਦੁਖੀ ਹੁੰਦੇ ਹਾਂ, ਐਵੇਂ ਦੂਜਿਆਂ ਦੀਆਂ ਵੀ ਭਾਵਨਾਵਾਂ ਨੇ। ਹਰ ਬੰਦੇ ਨੂੰ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਲਈ ਕਬੀਰ ਜੀ ਕਹਿੰਦੇ ਨੇ ਹੰਕਾਰ ਛੱਡੋ, ਕਿਉਂਕਿ ਜੇ ਈਗੋ ਨਹੀਂ ਛੱਡੋਗੇ, ਹੰਕਾਰ ਨਹੀਂ ਛੱਡੋਗੇ, ਤਾਂ ਫਿਰ ਜ਼ਿੰਦਗੀ ਜਿਹੜੀ ਹੈ ਠੀਕ ਨਹੀਂ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਜੇ ਜਾ ਕੇ ਸੰਗ ਤੇ ਵਿਛੁਰਾ ਤਾਹੀ ਕੇ ਸੰਗ ਲਾਗ ਦੀ ਤਾਂਗ ਪੈਦਾ ਹੋ ਜਾਏ, ਕਿ ਮੈਂ ਗੁਣਾਂ ਦੇ ਧਾਰਨੀ ਹੋਣਾ ਹੈ, ਮੈਂ ਚੰਗੀ ਜ਼ਿੰਦਗੀ ਜੀਣੀ ਹੈ, ਮੈਂ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੋਣਾ ਹੈ। ਜੇ ਇਹੋ ਜਿਹੀ ਤਾਂਗ ਰੱਖਦੇ ਹੋ, ਜੇ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੋਣਾ ਚਾਹੁੰਦੇ ਹੋ, ਤਾਂ ਕਬੀਰ ਜੀ ਕਹਿੰਦੇ ਨੇ ਭਾਈ ਆਪਣਾ ਹੰਕਾਰ ਛੱਡ ਤੇ ਰਾਹ ਦਾ ਰੋੜਾ ਬਣ ਜਾ, ਨਿੱਕਾ ਹੋ ਜਾ, ਰੋੜਾ ਬਣ ਜਾ, ਪੱਥਰ ਨਾ ਬਣ, ਵੱਡੀ ਚੱਟਾਨ ਨਾ ਬਣ, ਰੋੜਾ ਬਣ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਜੇ ਕੋਈ ਇਹੋ ਜਿਹਾ ਰੱਬ ਦਾ ਦਾਸ ਹੋਵੇ ਤਾਂ ਉਹਨੂੰ ਰੱਬ ਜਿਹੜਾ ਮਿਲ ਸਕਦਾ ਹੈ, ਉਹ ਰੱਬ ਦੇ ਨਾਲ ਮਿਲ ਸਕਦਾ ਹੈ। ਰੱਬ ਵਿੱਚ ਅਭੇਦ ਹੋਣ ਲਈ ਰੋੜਾ ਹੋ, ਵੱਡਾ ਨਾ ਬਣ, ਲੋਕਾਂ ਦੀਆਂ ਭਾਵਨਾਵਾਂ ਦਾ ਕਦਰ ਕਰ, ਆਪਣੇ ਅੰਦਰ ਨਿਮਰਤਾ ਧਾਰਨ ਕਰ। ਹੁਣ ਅਗਲੇ ਸ਼ਲੋਕ ਵਿੱਚ ਹੋਰ ਇੱਕ ਦੋਸ਼ ਦੱਸ ਰਹੇ ਨੇ। ਕਬੀਰ ਰੋੜਾ ਹੁਆ, ਇਹਨੂੰ ਹੁਆ ਨਹੀਂ ਪੜਨਾ, ਹੁਆ ਹਾਹੇ ਥੱਲੇ ਦੁਲੈਂਕੜ ਹੈ, ਦੁਲੈਂਕੜ ਦਾ ਧਿਆਨ ਰੱਖਣਾ। ਕਬੀਰ ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ, ਜਿਉ ਧਰਨੀ ਮਹਿ ਖੇਹ। ਪੰਥੀ ਦਾ ਮਤਲਬ ਹੈ ਰਾਹਗੀਰ। ਕਬੀਰ ਜੀ ਕਹਿੰਦੇ ਨੇ ਰੋੜਾ ਵੀ ਜੇ ਬਣ ਗਿਆ ਤਾਂ ਫਿਰ ਵੀ ਦੋਸ਼ ਰਹਿ ਗਿਆ, ਕਾਮਯਾਬੀ ਪੂਰੀ ਨਹੀਂ ਮਿਲੀ। ਰੋੜਾ ਦੂਜਿਆਂ ਦੇ ਠੇਡੇ ਤੇ ਸਹੇੜਦਾ ਹੈ, ਦੂਜਿਆਂ ਦੇ ਠੇਡੇ ਤੇ ਉਹਨੂੰ ਵੱਜਦੇ ਨੇ, ਲੇਕਿਨ ਉਹ ਪੰਥੀਆਂ ਨੂੰ ਦੁੱਖ ਦਿੰਦਾ ਹੈ। ਨੰਗੇ ਪੈਰ ਵਾਲੇ ਨੂੰ ਦੁੱਖ ਦੇਵੇਗਾ, ਕਿਸੇ ਨੂੰ ਠੇਡਾ ਲੱਗੇਗਾ, ਕੋਈ ਗਿਰੇਗਾ, ਕਿਸੇ ਨੂੰ ਚੋਟ ਲੱਗੇਗੀ। ਕਠੋਰਤਾ ਹੈ ਨਾ, ਨਿਮਰਤਾ ਤੇ ਆ ਗਈ, ਥੋੜਾ ਨੀਵਾਂ ਤੇ ਹੋਇਆ, ਥੋੜਾ ਨੀਵਾਂ ਹੋਇਆ, ਲੇਕਿਨ ਕਠੋਰਤਾ ਹੈ। ਕਿਸੇ ਦਾ ਪੈਰ ਵੱਜਿਆ ਤੇ ਉਹਨੂੰ
ਸੱਟ ਲੱਗੇਗੀ। ਜਿਵੇਂ ਆਮ ਕਹਾਵਤ ਹੈ ਨਾ, ਖਰਬੂਜਾ ਚਾਕੂ ਤੇ ਮਾਰੋ ਜਾਂ ਚਾਕੂ ਖਰਬੂਜੇ ਤੇ ਮਾਰੋ, ਸੱਟ ਤਾਂ ਖਰਬੂਜੇ ਨੂੰ ਲੱਗਣੀ ਹੈ। ਪੱਥਰ ਪੈਰ ਤੇ ਮਾਰੋ ਜਾਂ ਪੈਰ ਉੱਤੇ ਪੱਥਰ ਮਾਰੋ, ਚੋਟ ਤੇ ਲੱਗੇਗੀ ਨਾ। ਤਾਂ ਕਬੀਰ ਜੀ ਕਹਿੰਦੇ ਨੇ ਇਹੋ ਜਿਹਾ ਰੋੜਾ ਹੋਣ ਦਾ ਕੋਈ ਲਾਭ ਨਹੀਂ ਜਿਹੜਾ ਰਾਹਗੀਰਾਂ ਨੂੰ ਦੁੱਖ ਦਿੰਦਾ ਹੈ। ਕਿਸੇ ਨੂੰ ਦੁੱਖ ਨਾ ਦੇ, ਤੇਰੇ ਅੰਦਰ ਕਠੋਰਤਾ ਨਹੀਂ ਹੋਣੀ ਚਾਹੀਦੀ ਕਿ ਤੇਰੇ ਬੋਲ ਕਠੋਰ ਹੋਣ, ਤੇਰਾ ਵਿਹਾਰ ਬੜਾ ਕਠੋਰ ਹੋਵੇ, ਦੂਜਿਆਂ ਨੂੰ ਤੂੰ ਦੁੱਖ ਦੇਵੇਂ। ਤਾਂ ਐਸਾ ਬੰਦਾ ਪ੍ਰਭੂ ਮਿਲਾਪ ਹਾਸਲ ਨਹੀਂ ਕਰ ਪਾਏਗਾ, ਉਹ ਸਮਾਜ ਵਾਸਤੇ ਸੁੱਖ ਦਾ ਕਾਰਨ ਨਹੀਂ ਬਣੇਗਾ। ਇਸ ਲਈ ਆਪਣੇ ਇਸ ਦੋਸ਼ ਨੂੰ ਵੀ ਦੂਰ ਕਰ। ਹਰ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਧਰਨੀ ਦਾ ਮਤਲਬ ਧਰਤੀ, ਜ਼ਮੀਨ, ਖੇ ਦਾ ਮਤਲਬ ਮਿੱਟੀ, ਧੂੜ। हे ਪ੍ਰਭੂ, ਤੇਰਾ ਦਾਸ ਤਾਂ ਅਜਿਹਾ ਨਰਮ ਦਿਲ ਹੋ ਜਾਂਦਾ ਹੈ ਜਿਵੇਂ ਰਾਹ ਦੀ ਬਰੀਕ ਧੂੜ ਹੁੰਦੀ ਹੈ। ਧੂੜ ਤੋਂ ਕਿਸੇ ਨੂੰ ਕੋਈ ਤਕਲੀਫ ਨਹੀਂ। ਰੇਤੇ ਉੱਤੇ ਤੁਰੋਗੇ, ਮਿੱਟੀ ਉੱਤੇ, ਤਾਂ ਉਹਦੇ ਨਾਲ ਪੈਰਾਂ ਨੂੰ ਕੋਈ ਤਕਲੀਫ ਨਹੀਂ ਹੋਣੀ, ਮਤਲਬ ਉਹ ਪੈਰਾਂ ਨੂੰ ਚੁਭੇਗੀ ਨਹੀਂ, ਠੇਡੇ ਨਹੀਂ ਵੱਜਣਗੇ। ਇਸ ਲਈ ਪ੍ਰਭੂ ਦਾ ਜਿਹੜਾ ਦਾਸ ਹੈ ਨਾ, ਉਹ ਨਰਮ ਦਿਲ ਹੋਣਾ ਚਾਹੀਦਾ, ਨਰਮ ਦਿਲ। ਅਗਲੇ ਸ਼ਲੋਕ ਵਿੱਚ ਹੁਣ ਸਾਨੂੰ ਹੋਰ ਦੱਸਦੇ ਨੇ ਕਿ ਇੱਥੇ ਵੀ ਇੱਕ ਦੋਸ਼ ਹੈ। ਕਬੀਰ ਖੇਹ ਹੋਈ ਤੋ ਕਿਆ ਭਇਆ, ਜੋ ਉਡ ਲਾਗੇ ਅੰਗ, ਹਰਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਸਰਬੰਗ ਦਾ ਮਤਲਬ ਜਿਹੜਾ ਸਾਰਿਆਂ ਦੇ ਵਿੱਚ ਮਿਲ ਜਾਂਦਾ, ਸਾਰਿਆਂ ਦੇ ਨਾਲ ਮੇਲ ਰੱਖਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜੇ ਮਿੱਟੀ ਵੀ ਵਾਂਗ ਵੀ ਤੂੰ ਬਣ ਗਿਆ ਤਾਂ ਹਾਲੇ ਕਸਰ ਰਹਿ ਗਈ। ਮਿੱਟੀ ਪੈਰਾਂ ਵਿੱਚ ਤੇ ਹੈ, ਪਰ ਮਿੱਟੀ ਦੁੱਖ ਵੀ ਨਹੀਂ ਦੇ ਰਹੀ, ਠੇਡੇ ਵੀ ਨਹੀਂ ਵੱਜਦੀ, ਪੈਰਾਂ ਵਿੱਚ ਵੀ ਹੈ। ਪਰ ਦੋਸ਼ ਹੈ ਕਿ ਜਦੋਂ ਥੋੜੀ ਜਿਹੀ ਹਵਾ ਵਗਦੀ ਹੈ ਨਾ, ਤੇ ਮਿੱਟੀ ਉੱਡ ਕੇ ਫਿਰ ਸਰੀਰਕ ਅੰਗਾਂ ਨੂੰ ਲੱਗਦੀ ਹੈ, ਕੱਪੜਿਆਂ ਤੇ ਪੈ ਜਾਏਗੀ, ਪੈਰ, ਹੱਥ, ਮੂੰਹ, ਸਿਰ ਵਿੱਚ ਪੈਗੀ ਘੱਟਾ ਬਣ ਕੇ। ਖੇ ਵਾਂਗ ਬਣਿਆ ਵੀ ਕਸਰ ਰਹਿ ਗਈ, ਪੈਰਾਂ ਦੇ ਨਾਲ ਉੱਡ ਕੇ ਰਾਹੀਆਂ ਦੇ ਅੰਗਾਂ ਤੇ ਪੈਂਦੀ ਹੈ, ਕੱਪੜੇ ਮੈਲੇ ਕਰੇਗੀ, ਹੱਥ ਪੈਰ ਮੈਲੇ ਕਰੇਗੀ। ਇਹ ਦੋਸ਼ ਹੈ ਨਾ। ਇਸ ਲਈ ਕਹਿੰਦੇ ਨੇ ਹਰਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਰੱਬ ਦਾ ਜਿਹੜਾ ਪਿਆਰਾ ਹੈ, ਰੱਬ ਦਾ ਜਿਹੜਾ ਦਾਸ ਹੈ, ਉਹ ਇਹੋ ਜਿਹਾ ਚਾਹੀਦਾ ਸਾਰਿਆਂ ਦੇ ਨਾਲ ਮੇਲ ਰੱਖਣ ਵਾਲਾ, ਜਿਹੜਾ ਕਿਸੇ ਨੂੰ ਦੁੱਖ ਨਾ ਦੇਵੇ, ਸਾਰਿਆਂ ਦੇ ਨਾਲ ਉਹਦੀ ਸਾਂਝ ਬਣੇ। ਜਿਵੇਂ ਪਾਣੀ ਨੂੰ ਗਲਾਸ ਵਿੱਚ ਪਾਓ ਤੇ ਉਹ ਗਲਾਸ ਵਰਗਾ ਬਣ ਜਾਂਦਾ, ਗੜਵੀ ਵਿੱਚ ਪਾਓ ਗੜਵੀ ਵਰਗਾ, ਤੇ ਕਿਸੇ ਵੱਡੇ ਭਾਂਡੇ ਵਿੱਚ ਪਾਓ ਉਹ ਸ਼ਕਲ ਅਖਤਿਆਰ ਕਰ ਲੈਂਦਾ ਹੈ। ਪਾਣੀ ਵਿੱਚ ਲਾਲ ਰੰਗ ਪਾਓ ਲਾਲ ਹੋ ਜਾਏਗਾ, ਹਰਾ ਪਾਓ ਹਰਾ ਹੋ ਜਾਏਗਾ, ਸਾਰਿਆਂ ਦੇ ਨਾਲ ਮੇਲ ਰੱਖਦਾ, ਪਹਿਲੀ ਗੱਲ। ਤੇ ਦੂਜਾ ਹੈ ਪਾਣੀ ਜਿਹੜਾ ਹੈ ਉਹ ਸਾਡੀ ਮਿੱਟੀ ਘੱਟੇ ਨੂੰ ਵੀ ਧੋਂਦਾ ਹੈ, ਸਾਫ਼ ਵੀ ਕਰਦਾ ਹੈ, ਸਾਨੂੰ ਸ਼ੀਤਲਤਾ ਵੀ ਦਿੰਦਾ ਹੈ, ਪਿਆਸ ਵੀ ਬੁਝਾਉਂਦਾ ਹੈ। ਕਿੰਨੇ ਸਾਰੇ ਗੁਣ ਨੇ ਨਾ ਪਾਣੀ ਦੇ ਵਿੱਚ। ਜਿਵੇਂ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰਸ ਖੇ। ਤਾਂ ਕਬੀਰ ਜੀ ਕਹਿੰਦੇ ਨੇ ਰੱਬ ਦਾ ਪਿਆਰਾ ਪਾਣੀ ਵਰਗਾ ਚਾਹੀਦਾ, ਜਿਹੜਾ ਸਾਰਿਆਂ ਦੇ ਨਾਲ ਮੇਲ ਮਿਲਾਪ ਬਣਾ ਕੇ ਰੱਖੇ, ਕਿਸੇ ਨੂੰ ਦੁੱਖ ਨਾ ਦੇਵੇ, ਸਾਰਿਆਂ ਨਾਲ ਉਹਦਾ ਮੇਲ ਮਿਲਾਪ ਹੋਵੇ, ਸਾਰਿਆਂ ਦਾ ਉਹ ਭਲਾ ਕਰ ਸਕੇ। ਰੱਬ ਦਾ ਪਿਆਰਾ ਐਵੇਂ ਚਾਹੀਦਾ, ਉਹਦੇ ਵਿੱਚ ਕੋਈ ਦੋਸ਼ ਨਹੀਂ ਚਾਹੀਦਾ। ਜੇ ਕੋਈ ਛੋਟਾ ਮੋਟਾ ਵੀ ਦੋਸ਼ ਹੈ ਤਾਂ ਵੀ ਉਹ ਸਾਨੂੰ ਰੱਬੀ ਰਾਹ ਦੇ ਵਿੱਚ ਰੁਕਾਵਟ ਬਣੇਗਾ, ਆਤਮਿਕ ਜੀਵਨ ਵਿੱਚ ਰੁਕਾਵਟ ਬਣੇਗਾ। ਇਸ ਲਈ ਰੱਬ ਦੇ ਪਿਆਰੇ ਵਿੱਚ ਕੋਈ ਦੋਸ਼ ਨਹੀਂ ਚਾਹੀਦਾ, ਪਾਣੀ ਵਰਗਾ ਚਾਹੀਦਾ। ਅਗਲੇ ਸ਼ਲੋਕ ਵਿੱਚ ਹੋਰ ਸਪਸ਼ਟ ਕਰਦੇ ਨੇ, ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਸੀਰਾ ਦਾ ਮਤਲਬ ਠੰਡਾ ਤੇ ਤਾਤਾ ਦਾ ਮਤਲਬ ਤੱਤਾ, ਗਰਮ। ਹਰਦਮ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਬੀਰ ਜੀ ਕਹਿੰਦੇ ਨੇ ਪਾਣੀ ਵਾਂਗ ਬਣ ਗਿਆ, ਸਾਰਿਆਂ ਦੇ ਨਾਲ ਮੇਲ ਰੱਖਿਆ ਵੀ ਹਾਲੇ ਪੂਰਨਤਾ ਨਸੀਬ ਨਹੀਂ ਹੋਈ, ਹਾਲੇ ਵੀ ਇੱਕ ਦੋਸ਼ ਰਹਿ ਜਾਂਦਾ ਪਾਣੀ ਵਿੱਚ। ਸੀਰਾ ਤਾਤਾ ਹੋਏ, ਜੇ ਪਾਣੀ ਨੂੰ ਤੁਸੀਂ ਰੱਖੋਗੇ ਧੁੱਪੇ ਉਹ ਗਰਮ ਹੋ ਜਾਏਗਾ, ਛਾਵੇਂ ਰੱਖੋਗੇ ਠੰਡਾ ਹੋ ਜਾਏਗਾ, ਫ੍ਰਿਜ ਵਿੱਚ ਰੱਖੋ ਬਰਫ਼ ਬਣ ਜਾਏਗਾ, ਹੀਟਰ ਤੇ ਰੱਖੋ ਉਬਲ ਜਾਏਗਾ। ਯਾਨੀ ਹਾਲਾਤ ਦੇ ਅਸਰ ਨੂੰ ਉਹ ਕਬੂਲਦਾ ਹੈ। ਬੇਸ਼ੱਕ ਉਹਦਾ ਆਪਣਾ ਸੁਭਾਅ ਹੈ, ਗੁਣ ਹੈ, ਲੇਕਿਨ ਹਾਲਾਤ ਤੋਂ ਨਹੀਂ ਬਚ ਪਾਇਆ। ਜੇ ਠੰਡਕ ਵਿੱਚ ਗਿਆ ਤੇ ਠੰਡਾ ਹੋ ਗਿਆ, ਧੁੱਪ ਆਈ ਤੇ ਗਰਮ ਹੋ ਗਿਆ, ਹਾਲਾਤ ਦੇ ਅਸਰ ਨੂੰ ਕਬੂਲ ਰਿਹਾ ਹੈ। ਹੁਣ ਬੰਦਾ ਪਾਣੀ ਵਰਗਾ ਬਣ ਜਾਏ, ਪਰ ਜੇ ਕਿਸੇ ਨੇ ਚਾਰ ਸਿਫਤਾਂ ਕਰ ਦਿੱਤੀਆਂ
ਤਾਂ ਬੰਦਾ ਠੰਡਾ ਠਾਰ ਹੋ ਗਿਆ, ਬੜਾ ਖੁਸ਼ ਹੋ ਗਿਆ, ਹਾਲਾਤ ਦਾ ਅਸਰ ਕਬੂਲਿਆ। ਕਿਸੇ ਨੇ ਸਿਫਤ ਕਰਤੀ ਵੀ ਭਾਈ ਸਾਹਿਬ ਬਈ ਕਿਆ ਬਾਤ, ਕੱਪੜੇ ਬੜੇ ਵਧੀਆ ਪਾਏ ਨੇ, ਜਾਂ ਪੈਂਟ ਸੂਟ ਬੜਾ ਵਧੀਆ ਪਾਇਆ ਹੈ, ਜਾਂ ਸਬਜ਼ੀ ਭਾਜੀ ਬੜੀ ਵਧੀਆ ਬਣਾਈ ਹੈ, ਤੇ ਬੰਦਾ ਖੁਸ਼ ਹੋ ਗਿਆ। ਤੇ ਜੇ ਕਿਸੇ ਨੇ ਕਹਿਤਾ ਵੀਰਾ ਕੱਪੜੇ ਵਿਆਹ ਦੇ ਵਿੱਚ ਪਾਇਆ ਕਿ ਭੂਤਨਾ ਜਿਹਾ ਬਣ ਕੇ ਆ ਗਿਆ, ਕੱਪੜੇ ਤੇ ਚੰਗੇ ਨਹੀਂ ਲੱਗਦੇ, ਤੇ ਬੰਦਾ ਨਾਲ ਹੀ ਗੱਲ ਪੈ ਗਿਆ। ਜੇ ਘਰ ਵਾਲੀ ਨੂੰ ਕਹਿਤਾ ਪਿਆ ਸਬਜ਼ੀ ਠੀਕ ਨਹੀਂ, ਤੇ ਪਤੀਲਾ ਚੁੱਕ ਕੇ ਉਹ ਮਾਰਿਆ, ਉਹ ਪਈ ਆਪ ਬਣਾ ਲੈ, ਗਰਮ ਹੋ ਗਿਆ। ਯਾਨੀ ਹਾਲਾਤ ਦੇ ਮੁਤਾਬਕ ਠੰਡਾ ਔਰ ਗਰਮ। ਤਾਂ ਬੰਦੇ ਦੇ ਅੰਦਰ ਪੂਰਨਤਾ ਨਾ ਹੋਈ, ਇੱਥੇ ਸੁੱਖ ਦਾ ਸਾਧਨ ਨਾ ਬਣਿਆ। ਕਬੀਰ ਜੀ ਕਹਿੰਦੇ ਨੇ ਪਾਣੀ ਵਰਗਾ ਜੇ ਤੂੰ ਬਣ ਗਿਆ, ਪਰ ਕਦੇ ਗਰਮ ਔਰ ਕਦੇ ਠੰਡਾ, ਸੁਭਾਅ ਦੇ ਵਿੱਚ ਸ਼ੀਤਲਤਾ ਨਹੀਂ ਆਈ, ਸੁਭਾਅ ਦੇ ਵਿੱਚ ਟਿਕਾਵ ਨਹੀਂ ਆਇਆ, ਹਾਲਾਤ ਨੂੰ ਕਬੂਲ ਰਿਹਾ ਹੈ, ਸਿਚੁਏਸ਼ਨ ਮੈਨੇਜਮੈਂਟ ਨਹੀਂ ਆਈ, ਤਾਂ ਕਬੀਰ ਜੀ ਕਹਿੰਦੇ ਨੇ ਇਹ ਦੋਸ਼ ਹੈ, ਇਹ ਦੋਸ਼ ਵੀ ਦੂਰ ਕਰਨਾ ਚਾਹੀਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹੜਾ ਰੱਬ ਦਾ ਪਿਆਰਾ ਹੈ ਉਹ ਤੇ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਵੇਂ ਰੱਬ ਆਪ ਹੀ ਹੋਵੇ। ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਅ ਨੂੰ ਅਡੋਲ ਰੱਖੇ ਤੇ ਇੰਜ ਦਾ ਹੋ ਜਾਏ ਕਿ ਜਿਵੇਂ ਰੱਬ ਵਰਗਾ ਹੀ ਹੋ ਜਾਏ। ਰੱਬ ਦਾ ਪਿਆਰਾ ਰੱਬ ਵਰਗਾ ਹੀ ਹੋ ਜਾਂਦਾ ਹੈ। ਇੰਨੀ ਅਡੋਲਤਾ ਚਾਹੀਦੀ ਹੈ, ਇੰਨਾ ਟਿਕਾਵ ਚਾਹੀਦਾ ਹੈ, ਇਹਨਾਂ ਗੁਣਾਂ ਦੇ ਨਾਲ ਉਹ ਮਿਲਿਆ ਹੋਣਾ ਚਾਹੀਦਾ। ਉਹਦਾ ਗੋਲ ਐਵੇਂ ਦਾ ਹੋਣਾ ਚਾਹੀਦਾ ਹੈ, ਨਾ ਤੇ ਉਹ ਕਿਸੇ ਨੂੰ ਦੁੱਖ ਦੇਵੇ ਕਿਸੇ ਵੀ ਕਿਸਮ ਦਾ, ਔਰ ਹਾਲਾਤਾਂ ਤੋਂ ਉਤਾਂ ਉੱਠ ਸਕੇ। ਜੇ ਤੱਤੀ ਤਵੀ ਤੇ ਵੀ ਸ਼ਾਂਤ ਨੇ ਗੁਰੂ ਅਰਜਨ ਦੇਵ ਜੀ, ਔਰ ਜਦੋਂ ਹਰਮੰਦਰ ਸਾਹਿਬ ਵਿੱਚ ਨੇ ਉਦੋਂ ਵੀ ਸ਼ਾਂਤ ਨੇ, ਆਰੇ ਦੇ ਨਾਲ ਚਿਰਦੇ ਹੋਏ ਵੀ ਸ਼ਾਂਤ ਨੇ, ਦੇਗ ਵਿੱਚ ਉਬਲਦੇ ਹੋਏ ਸ਼ਾਂਤ ਨੇ, ਔਰ ਜਿੰਦਾ ਰੂਹ ਦੇ ਅੰਦਰ ਜਲਦੇ ਹੋਏ ਸ਼ਾਂਤ ਨੇ, ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲ ਦੇ ਵਿੱਚ ਪਾ ਦਿੱਤੇ ਨੇ ਉਦੋਂ ਵੀ ਸ਼ਾਂਤ ਨੇ। ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਉਸ ਅਡੋਲਤਾ ਤੱਕ ਪਹੁੰਚੇ ਨੇ। ਤਾਂ ਇਨਸਾਨ ਐਸਾ ਹੋਣਾ ਚਾਹੀਦਾ ਹੈ, ਉਹਨੂੰ ਰੱਬ ਦਾ ਪਿਆਰਾ ਕਿਹਾ ਜਾ ਸਕਦਾ ਹੈ। ਹੁਣ ਜੇ ਕੋਈ ਰੱਬੀ ਗੁਣਾਂ ਨੂੰ ਛੱਡ ਕੇ ਪਰਿਵਾਰ ਦੇ ਗਹਿਗਚ ਵਿੱਚ ਪਿਆ ਹੈ, ਉਹ ਐਸੀ ਜ਼ਿੰਦਗੀ ਹਾਸਲ ਨਹੀਂ ਕਰ ਪਾਏਗਾ। ਜੇ ਕੋਈ ਨਿਰਾ ਵਿਖਾਵੇ ਵਿੱਚ ਹੀ ਇਹ ਮਾਲਾ ਪਾ ਲਈਆਂ, ਬਾਣੇ ਪਾ ਲਏ, ਬਾਹਰਲਾ ਪੇਸ਼ ਬਣਾ ਲਿਆ, ਉਹ ਐਸੀ ਜ਼ਿੰਦਗੀ ਨਹੀਂ ਜੀ ਪਾਏਗਾ। ਜੇਕਰ ਕਿਸੇ ਕਿਸਮ ਦਾ ਕੋਈ ਛੋਟਾ ਮੋਟਾ ਦੋਸ਼ ਹੈ ਤਾਂ ਉਹ ਜਿਹੜਾ ਹੈ ਸ਼ਾਂਤ ਨਹੀਂ ਰਹਿ ਪਾਏਗਾ। ਇਸ ਲਈ ਆਪਣੇ ਆਪ ਨੂੰ ਇੰਨਾ ਮਹਾਨ ਬਣਾਉਣਾ ਹੈ, ਆਪਣੇ ਸੁਭਾਅ ਨੂੰ ਇੰਨਾ ਸਥਿਰ ਕਰਨਾ ਹੈ ਕਿ ਬੰਦਾ ਰੱਬ ਵਰਗਾ ਹੀ ਹੋ ਜਾਏ। ਤੇ ਐਵੇਂ ਕਿਵੇਂ ਹੋਏਗਾ? ਹੁਕਮ ਰਜ਼ਾਈ ਚੱਲਣਾ, ਗੁਣ ਕਹੇ ਗੁਣੀ ਸਮਾਵਣਿਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜਾਂ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਭਾਈ। ਤਾਂ ਇਸ ਸਟੇਜ ਤੇ ਬੰਦੇ ਨੂੰ ਪਹੁੰਚਾਉਣਾ ਚਾਹੁੰਦੇ ਨੇ। ਇੰਨੀ ਉੱਚੀ ਮਾਨਸਿਕਤਾ ਦਾ ਮਾਲਕ ਜਿਹੜਾ ਹੈ ਨਾ, ਉਹ ਰੱਬ ਦਾ ਪਿਆਰਾ ਹੈ, ਉਹ ਧਰਮੀ ਹੈ, ਉਹਨੂੰ ਅਸੀਂ ਇਨਸਾਨ ਕਹਿ ਸਕਦੇ ਹਾਂ। ਇਹੋ ਜਿਹੇ ਇਨਸਾਨ ਗੁਰਬਾਣੀ ਪੈਦਾ ਕਰਨਾ ਚਾਹੁੰਦੀ, ਔਰ ਇਹਦੇ ਵਿੱਚ ਕੁਝ ਇੰਪੋਸੀਬਲ ਨਹੀਂ ਹੈ, ਪੋਸੀਬਿਲਿਟੀ ਹੈ। ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹਰ ਬੰਦਾ ਯਤਨ ਕਰੇ ਐਸੀ ਜ਼ਿੰਦਗੀ ਜੀ ਸਕਦਾ ਹੈ। ਪਰ ਜਦੋਂ ਨਾਲ ਹੀ ਬੰਦਾ ਕਹਿ ਦਿੰਦਾ ਵੀ ਜੇ ਅਗਲਾ ਨਾ ਕਰੇ, ਸਾਡੇ ਕੋਲ ਸਭ ਤੋਂ ਪਹਿਲਾ ਸਵਾਲ ਹੁੰਦਾ ਵੀ ਜੇ ਅਸੀਂ ਕਰੀਏ ਤੇ ਅਗਲਾ ਨਾ ਕਰੇ, ਤਾਂ ਇਹ ਬਹਾਨੇ ਨੇ। ਇਹਦਾ ਮਤਲਬ ਅਸੀਂ ਵੀ ਨਹੀਂ ਬਣਨਾ ਚਾਹੁੰਦੇ, ਅਸੀਂ ਵੀ ਉੱਤੋਂ ਹੀ ਕਰ ਰਹੇ ਹਾਂ, ਅਸੀਂ ਵੀ ਡਰਾਮਾ ਹੀ ਕਰ ਰਹੇ ਹਾਂ। ਤਾਂ ਗੁਰੂ ਸਾਹਿਬ ਦੀ ਰਹਿਮਤ ਕਰਨ ਕਿ ਗੁਰਬਾਣੀ ਦੀ ਸਾਨੂੰ ਸਮਝ ਆਵੇ, ਹਰ ਇਨਸਾਨ ਸਮਝੇ, ਔਰ ਪਾਵਨ ਬਾਣੀ ਤੇ ਅਮਲ ਕਰਕੇ ਆਪਣੇ ਆਪ ਨੂੰ ਪਹਿਲਾਂ ਐਸਾ ਬਣਾਏ ਤੇ ਫਿਰ ਸਮਾਜ ਨੂੰ ਐਸਾ ਬਣਾਉਣ ਦਾ ਯਤਨ ਕਰੇ। ਊਚ ਭਵਨ ਕਨ ਕਾਮਨੀ, ਸ਼ਿਖਰ ਤਜਾ ਫਹਿਰਾਏ, ਤਾਤੇ ਭਲੀ ਮਧੂਕਰੀ, ਸੰਤ ਸੰਗ ਗੁਣ ਗਾਏ। ਊਚ ਭਵਨ, ਭਵਨ ਦਾ ਮਤਲਬ ਮਹਿਲ, ਮਹਿਲ ਮਾੜੀਆਂ, ਉੱਚੇ ਮਕਾਨ। ਕਨ ਕਾਮਨੀ, ਜਦੋਂ ਅਸੀਂ ਕਨਕਾਮਨੀ ਦਾ ਸੰਧੀ ਵਿਛੇਦ ਕਰਾਂਗੇ ਤਾਂ ਦੋ ਸ਼ਬਦ ਬਣਨਗੇ, ਕਨਕ ਔਰ ਕਾਮਨੀ। ਕਨਕ ਦਾ ਮਤਲਬ ਸੋਨਾ ਤੇ ਕਾਮਨੀ ਦਾ ਮਤਲਬ ਹੈ ਸੁੰਦਰ ਔਰਤ, ਸੁੰਦਰ ਇਸਤਰੀ। ਸ਼ਿਖਰ ਤਜਾ ਫਹਿਰਾਏ, ਸ਼ਿਖਰ ਦਾ ਮਤਲਬ ਮਹਿਲ ਦੀ ਚੋਟੀ ਤੇ, ਉੱਚਾ ਮਹਿਲ ਹੋਵੇ, ਤੇ ਤਜਾ ਦਾ ਮਤਲਬ ਝੰਡਾ, ਉੱਤੇ ਝੰਡੇ ਝੂਲਦੇ ਹੋਣ। ਫਹਿਰਾਏ ਦਾ ਮਤਲਬ ਝੂਲਦਾ ਹੋਵੇ। ਤਾਤੇ ਭਲੀ ਮਧੂਕਰੀ, ਤਾਂਤੇ ਦਾ ਮਤਲਬ ਉਹਦੇ ਨਾਲੋਂ, ਤੇ ਮਧੂਕਰੀ ਦਾ ਮਤਲਬ ਹੁੰਦਾ ਹੈ
ਦਰ ਦਰ ਤੇ ਮੰਗਤਿਆਂ ਵਾਂਗ ਮੰਗੀ ਹੋਈ ਜਿਹੜੀ ਪਿੱਛਿਆ ਹੈ, ਜਿਵੇਂ ਮੰਗਤੇ ਇਕੱਠੀ ਕਰਕੇ ਲਿਆਉਂਦੇ ਨੇ ਦਰ ਦਰ ਤੋਂ, ਜੋ ਵੀ ਮਿਲ ਗਿਆ ਉਹ ਭੀਖ। ਸੰਤ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਰਹਿ ਕੇ, ਗੁਣ ਗਾਏ ਦਾ ਮਤਲਬ ਗੁਣ ਗਾਣੇ, ਸਿਫਤ ਸਲਾਹ ਕਰਨੀ, ਗੁਣਾਂ ਦਾ ਧਾਰਨੀ ਹੋਣਾ। ਕਬੀਰ ਜੀ ਕਹਿੰਦੇ ਨੇ, ਜੇ ਕਿਸੇ ਮਨੁੱਖ ਦੇ ਕੋਲ ਬਹੁਤ ਉੱਚੇ ਮਹਿਲ ਮਾੜੀਆਂ ਹੋਣ, ਬੜੀ ਸੁੰਦਰ ਇਸਤਰੀ ਹੋਵੇ, ਬੜਾ ਧਨ ਪਦਾਰਥ ਹੋਵੇ, ਯਾਨੀ ਸੁੰਦਰ ਇਸਤਰੀ ਪਤੀ ਪਤਨੀ ਹੋਣ, ਸੁੰਦਰਤਾ ਹੋਵੇ ਕੋਲ, ਧਨ ਪਦਾਰਥ ਹੋਣ, ਉੱਚੇ ਮਹਿਲ ਹੋਣ, ਔਰ ਮਹਿਲ ਦੀ ਚੋਟੀ ਤੇ ਝੰਡੇ ਝੂਲਦੇ ਹੋਣ, ਪਰ ਜੇ ਬੰਦਾ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ, ਜੇ ਉਹਨੇ ਰੱਬੀ ਗੁਣ ਨਹੀਂ ਗਾਏ, ਜੇ ਗਹਿਗਚ ਪਰਿਓ ਕੁਟੰਬ ਕੇ ਹੈ, ਔਰ ਜੇ ਸਿਰਫ ਬਾਹਰੀ ਤੌਰ ਤੇ ਉਹਨੇ ਵਿਖਾਵਾ ਕੀਤਾ ਹੋਇਆ ਹੈ ਮਾਲਾ ਮੇਲੀ ਚਾਰ ਵਾਲਾ, ਔਰ ਇਹਨਾਂ ਧਨ ਦੌਲਤ ਹੋਵੇ, ਅਮੀਰ ਹੋਵੇ, ਬਾਦਸ਼ਾਹ ਹੋਵੇ, ਸੁੰਦਰ ਔਰਤ ਹੋਵੇ, ਔਰ ਝੰਡੇ ਝੂਲਦੇ ਹੋਣ ਮਹਿਲਾਂ ਦੇ ਉੱਤੇ, ਪਰ ਜੇ ਸੱਚ ਨਹੀਂ ਹੈ ਤਾਂ ਇਹ ਸਾਰਾ ਕੁਝ ਵਿਅਰਥ ਹੈ, ਉੱਥੇ ਇਨਸਾਨੀਅਤ ਪੈਦਾ ਨਹੀਂ ਹੋਵੇਗੀ, ਇਹਨਾਂ ਚੀਜ਼ਾਂ ਦਾ ਫਿਰ ਕੋਈ ਲਾਭ ਨਹੀਂ ਹੈ। ਤਾਂ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਕਬੀਰ ਜੀ ਕਹਿੰਦੇ ਨੇ, ਜੇ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦਾ, ਸ਼ੁਭ ਗੁਣਾਂ ਦਾ ਧਾਰਨੀ ਹੈ, ਤਾਂ ਉਹਨਾਂ ਸਾਰੇ ਸੁੱਖਾਂ ਦੇ ਨਾਲੋਂ ਭੀਖ ਮੰਗੀ ਹੋਈ ਰੋਟੀ ਚੰਗੀ, ਉਹ ਖਾ ਲਵੇ, ਪਰ ਬੰਦਾ 2 ਨੰਬਰ ਦੇ ਧੰਦੇ ਨਾ ਕਰੇ। ਹੁਣ ਇੱਥੇ 2 ਚੀਜ਼ਾਂ ਸਮਝਣ ਵਾਲੀਆਂ ਨੇ। ਇੱਥੇ ਇਹ ਨਹੀਂ ਕਿ ਮਹਿਲ ਮੰਡਪ ਮਾੜੀਆਂ ਨੂੰ ਜਾਂ ਅਮੀਰਾਂ ਨੂੰ ਭੰਡਿਆ ਜਾ ਰਿਹਾ ਹੈ, ਨਾ ਇੱਥੇ ਇਹ ਗੱਲ ਹੈ ਕਿ ਜਿਹੜੇ ਭੀਖ ਮੰਗਣ ਵਾਲੇ ਨੇ ਉਹਨਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਵੀ ਭੀਖ ਮੰਗ ਕੇ ਖਾ ਲੈਣਾ ਚੰਗਾ ਹੈ ਤੇ ਭਿਖਾਰੀ ਬਣ ਜਾਓ। ਇਹ ਦੋਵੇਂ ਹੀ ਗੱਲਾਂ ਨਹੀਂ ਹਨ। ਗੱਲ ਇਹ ਹੈ ਕਿ ਸ਼ੁਭ ਗੁਣਾਂ ਦੇ ਨਾਲ ਜੁੜਨਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਬੰਦਾ ਭਲਾ ਹੈ, ਜਿਸ ਮਨੁੱਖ ਦੇ ਅੰਦਰ ਸ਼ੁਭ ਗੁਣ ਨੇ, ਜਿਹਦੇ ਅੰਦਰ ਇਨਸਾਨੀਅਤ ਹੈ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦਾ ਹੈ, ਚੰਗੀ ਜ਼ਿੰਦਗੀ ਜੀਂਦਾ ਹੈ। ਅਸੀਂ ਜ਼ਿੰਦਗੀ ਚੰਗੀ ਜੀਣੀ ਹੈ। ਮਹਿਲ ਬਣਾਓ, ਪਰ ਉਹ 10 ਨਵਾਂ ਦੀ ਸੱਚੀ ਸੁੱਚੀ ਕਿਰਤ ਨਾਲ ਬਣੇ ਹੋਏ ਹੋਣ। ਉਹਨਾਂ ਮਹਿਲਾਂ ਦੇ ਅੰਦਰ, ਚੰਗੇ ਮਕਾਨਾਂ ਵਿੱਚ ਰਹਿੰਦੇ ਆ, ਸਤ ਸੰਤੋਖ ਦਇਆ ਧਰਮ ਦੇ ਧਾਰਨੀ ਹੋ ਕੇ ਜੀਵੋ, ਫਿਰ ਤਾਂ ਉਹ ਮਹਿਲ ਮਾੜੀਆਂ ਸਫਲ ਨੇ। ਤੇ ਜੇ ਮਹਿਲ ਮਾੜੀਆਂ ਨੇ, ਧਨ ਦੌਲਤ ਹੈ, ਪਰ ਉਹ ਸਾਰਾ ਕੁਝ 2 ਨੰਬਰ ਦੇ ਧੰਦਿਆਂ ਨਾਲ ਇਕੱਠਾ ਕੀਤਾ ਹੋਇਆ ਹੈ, ਗਰੀਬਾਂ ਦਾ ਖੂਨ ਚੂਸਿਆ ਹੈ, ਲੋਕਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕੀਤੇ ਨੇ, ਜੇ ਉਹ ਮਲਕ ਭਾਗੋ ਵਾਲੇ ਪੂਰੇ ਨੇ ਤਾਂ ਫਿਰ ਮਾੜੇ। ਤੇ ਜੇ ਸ਼ੁਭ ਗੁਣਾਂ ਦੇ ਨਾਲ ਜ਼ਿੰਦਗੀ ਜੀ ਰਹੀ ਹੈ ਤਾਂ ਮਧੂਕਰੀ ਭਾਈ ਲਾਲੋ ਵਾਲੀ ਜਿਹੜੀ ਪ੍ਰਸ਼ਾਦੇ ਨੇ ਉਹ ਚੰਗੇ ਨੇ, ਕੋਦਰੇ ਦਾ ਪ੍ਰਸ਼ਾਦਾ ਚੰਗਾ, ਉਹਦੇ ਨਾਲੋਂ ਮੰਗ ਕੇ ਖਾਦਾ ਹੋਇਆ ਚੰਗਾ ਹੈ। ਵੀ ਠੱਗੀ ਤੇ ਨਹੀਂ ਮਾਰੀ, ਮੰਗ ਕੇ ਤੇ ਲਿਆ ਹੈ ਕਿ ਮੈਨੂੰ ਭੁੱਖ ਲੱਗੀ, ਮੈਨੂੰ ਯਾਰ ਪ੍ਰਸ਼ਾਦਾ ਦੇ ਦਿਓ, ਪਰ ਠੱਗੀ ਨਹੀਂ ਮਾਰੀ, ਚੋਰੀ ਨਹੀਂ ਕੀਤੀ, ਕਤਲ ਨਹੀਂ ਕੀਤਾ, ਬੇਗਾਨਾ ਹੱਕ ਨਹੀਂ ਖਾਦਾ, ਪਰ ਸਾਦੀ ਰੋਟੀ ਖਾ ਲਈ ਹੈ। ਤਾਂ ਇੱਥੇ ਗੱਲ ਕੀਤੀ ਜਾ ਰਹੀ ਹੈ ਇਨਸਾਨੀਅਤ ਦੀ, ਉੱਚੇ ਗੁਣਾਂ ਦੀ, ਕਿ ਸ਼ੁਭ ਗੁਣਾਂ ਦੇ ਨਾਲੋਂ ਜੇ ਟੁੱਟ ਗਏ, ਇਨਸਾਨੀਅਤ ਨਾਲੋਂ ਟੁੱਟ ਗਏ, ਤਾਂ ਮਹਿਲ ਮੰਡਪ ਮਾੜੀਆਂ ਵੀ ਬੇਕਾਰ ਹੋ ਜਾਣਗੀਆਂ। ਉੱਥੇ ਵੀ ਸੁੱਖ ਨਹੀਂ ਮਿਲੇਗਾ, ਉੱਥੇ ਵੀ ਸ਼ਾਂਤੀ ਨਹੀਂ ਮਿਲੇਗੀ। ਤਾਂ ਇਸ ਲਈ ਜ਼ਰੂਰਤ ਹੈ ਇਨਸਾਨੀਅਤ ਪੈਦਾ ਕਰਨ ਦੀ, ਹੁਕਮ ਰਜ਼ਾਈ ਚੱਲਣ ਦੀ, ਸਚਿਆਰ ਹੋਣ ਦੀ। ਜੇ ਸਚਿਆਰ ਬੰਦਾ ਹੈ ਉਹ ਮਹਿਲ ਮਾੜੀਆਂ ਵਿੱਚ ਵੀ ਸ਼ੁਭ ਹੈ, ਔਰ ਜੇ ਸਚਿਆਰ ਬੰਦਾ ਹੈ ਤਾਂ ਉਹ ਝੁੱਗੀ ਦੇ ਵਿੱਚ ਬੈਠਾ ਹੋਇਆ ਵੀ ਚੰਗਾ ਹੈ। ਪਰ ਜੇ ਸਚਿਆਰ ਨਹੀਂ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਕੀਤਾ ਹੈ ਨਾ, ਕਿ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਡਾਰੀ ਜੀ। ਜੇ ਸੱਚ ਨਹੀਂ ਤਾਂ ਫਿਰ ਉਹ ਮਹਿਲ ਮੰਡਪ ਮਾੜੀਆਂ ਵੀ ਸ਼ਮਸ਼ਾਨ ਭੂਮੀ ਬਣ ਜਾਣਗੀਆਂ, ਔਰ ਉਹਨਾਂ ਵਿੱਚ ਵਸਣ ਵਾਲੇ ਲੋਕ ਭੂਤ ਨੇ ਹੋ ਜਾਣਗੇ। ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਕਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਹੇ। ਇਹ ਚੀਜ਼ਾਂ ਸਮਝਣ ਵਾਲੀਆਂ ਨੇ, ਜੋ ਅੱਜ ਦੇ ਇਨਸਾਨ ਨੂੰ ਸਮਝਣੀਆਂ ਚਾਹੀਦੀਆਂ ਨੇ, ਔਰ ਐਸੀ ਜ਼ਿੰਦਗੀ ਜੀਣ ਦੀ ਟਰਾਈ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ, ਜਿਸ ਕਰਕੇ ਇਹ ਦੁਨੀਆ ਬੇਗਮਪੁਰਾ ਬਣੇ, ਇਹ ਸੰਸਾਰ ਪ੍ਰਭੂ ਦਾ ਸੁਹਾਵਣਾ ਬਾਗ ਬਣੇ, ਇਹ ਸੰਸਾਰ ਸਮਾਜ ਔਰ ਸਾਡਾ ਜੀਵਨ ਸਵਰਗ ਹੋ ਜਾਏ। ਅਗਲੇ ਸ਼ਲੋਕ ਵਿੱਚ ਫਿਰ ਬਚਨ ਕਰਦੇ ਨੇ, ਕਬੀਰ ਪਾਟਨ ਤੇ ਊਜਰ ਭਲਾ, ਰਾਮ ਭਗਤ ਜਿਹ ਠਾਏ, ਰਾਮ ਸਨੇਹੀ ਬਾਹਰਾ, ਜਮਪੁਰ ਮੇਰੇ ਪਾਏ।
ਇਹਨੂੰ ਭਾਏ ਨਹੀਂ ਪੜਨਾ, ਬਿੰਦੀ ਜਿਵੇਂ ਲੱਗੀ ਹੈ ਭਾਏ। ਪਾਟਨ ਦਾ ਮਤਲਬ ਹੈਗਾ ਸ਼ਹਿਰ, ਪਾਟਨ ਦਾ ਮਤਲਬ ਸ਼ਹਿਰ, ਉਜਰ ਦਾ ਮਤਲਬ ਉਜਾੜ ਥਾਂ, ਰਾਮ ਭਗਤ ਰੱਬ ਦੇ ਪਿਆਰੇ, ਜਿਹ ਠਾਏ ਦਾ ਮਤਲਬ ਜਿਸ ਜਗ੍ਹਾ ਤੇ, ਸਨੇਹੀ ਦਾ ਮਤਲਬ ਪਿਆਰਾ, ਸਨੇਹੀ ਬਾਹਰਾ ਦਾ ਮਤਲਬ ਰੱਬੀ ਪਿਆਰ ਤੋਂ ਸਖਣਾ, ਜਮਪੁਰ ਦਾ ਮਤਲਬ ਜਮਾਂ ਦਾ ਸ਼ਹਿਰ ਯਾਨੀ ਨਰਕ, ਇੱਥੇ ਜਮਪੁਰ ਦਾ ਮਤਲਬ ਨਰਕ, ਮੇਰੇ ਭਾਏ ਦਾ ਮਤਲਬ ਮੇਰੇ ਭਾ ਦਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜੇਕਰ ਰੱਬੀ ਪਿਆਰ ਨਹੀਂ, ਰੱਬੀ ਗੁਣ ਨਹੀਂ, ਤਾਂ ਜਿਹੜੇ ਸ਼ਹਿਰ ਨੇ ਵਸਦੇ ਉਹ ਵੀ ਬੇਕਾਰ ਨੇ। ਪਾਟਨ ਤੇ ਊਜਰ ਭਲਾ, ਰਾਮ ਭਗਤ ਦੇ ਠਾਏ ਕਿ ਜਿਸ ਉਜਾੜ ਦੇ ਅੰਦਰ ਰੱਬ ਦੇ ਪਿਆਰੇ ਵਸਦੇ ਹੋਣ, ਉਹ ਉਜਾੜ ਵੀ ਸ਼ਹਿਰਾਂ ਦੇ ਨਾਲੋਂ ਚੰਗਾ ਹੈ, ਮਹਿਲਾਂ ਦੇ ਨਾਲੋਂ ਚੰਗਾ ਹੈ। ਜੇ ਸ਼ਹਿਰਾਂ ਵਿੱਚ, ਵਸੇਬੇ ਵਿੱਚ, ਮਹਿਲਾਂ ਵਿੱਚ ਸਚਾਈ ਨਹੀਂ, ਇਨਸਾਨੀਅਤ ਨਹੀਂ, ਦਇਆ ਨਹੀਂ, ਰੱਬੀ ਗੁਣ ਨਹੀਂ, ਲੇਕਿਨ ਉਜਾੜ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਉਹਨਾਂ ਵਿੱਚ ਰੱਬੀ ਗੁਣ, ਤਾਂ ਉਜਾੜ ਵਾਲੇ ਚੰਗੇ ਨੇ, ਉਹ ਉਜਾੜ ਚੰਗਾ ਹੈ। ਉਹਨਾਂ ਵਸੇਬਿਆਂ ਦਾ, ਉਹਨਾਂ ਮਹਿਲਾਂ ਦਾ ਕੀ ਕਰਨਾ ਜਿੱਥੇ ਇਨਸਾਨੀਅਤ ਹੀ ਨਹੀਂ, ਜਿੱਥੇ ਧੀ ਭੈਣ ਦੀ ਇੱਜ਼ਤ ਨਹੀਂ, ਜਿੱਥੇ ਇਨਸਾਨੀਅਤ ਦੀ ਕਦਰ ਨਹੀਂ, ਜਿੱਥੇ ਸਚਾਈ ਨਹੀਂ, ਜਿੱਥੇ ਦਇਆ ਨਹੀਂ, ਉਹਨਾਂ ਸ਼ਹਿਰਾਂ ਦਾ, ਉਹਨਾਂ ਵਸੇਬਿਆਂ ਦਾ ਕੀ ਕਰਨਾ, ਨਰਕ ਹੀ ਹੈ ਨਾ ਉਹ। ਤਾਂ ਕਬੀਰ ਜੀ ਕਹਿੰਦੇ ਨੇ ਰਾਮ ਸਨੇਹੀ ਬਾਹਰਾ, ਰਾਮ ਦਾ ਮਤਲਬ ਰਮਿਆ ਹੋਇਆ, ਸਨੇਹੀ ਦਾ ਮਤਲਬ ਪਿਆਰਾ, ਜੋ ਰੱਬ ਦਾ ਪਿਆਰਾ ਨਹੀਂ, ਜਿਹਦੇ ਅੰਦਰ ਰੱਬੀ ਗੁਣਾਂ ਦਾ ਪਿਆਰ ਨਹੀਂ ਹੈ। ਜਮਪੁਰ ਮੇਰੇ ਭਾਏ, ਕਬੀਰ ਜੀ ਕਹਿੰਦੇ ਨੇ ਮੇਰੇ ਭਾ ਦਾ ਤੇ ਉਹ ਨਰਕ ਹੀ ਹੈ। ਜਿੱਥੇ ਰੱਬ ਦੇ ਪਿਆਰੇ ਨਹੀਂ, ਉਹ ਨਰਕ ਹੀ ਹੈ, ਉਹ ਜ਼ਿੰਦਗੀ ਨਰਕ ਹੋ ਜਾਏਗੀ। ਚਾਹੇ ਉਹ ਸ਼ਹਿਰ ਹੋਵੇ, ਚਾਹੇ ਉਹ ਪਿੰਡ ਹੋਵੇ, ਉਜਾੜ ਹੋਵੇ, ਘਰ ਹੋਵੇ, ਪਰਸਨਲ ਲਾਈਫ ਹੋਵੇ, ਜੇ ਰੱਬੀ ਗੁਣਾਂ ਦਾ ਪਿਆਰ ਨਹੀਂ ਤਾਂ ਉਹ ਨਰਕ ਹੀ ਹੈ ਨਾ। ਹੁਣ ਅਸੀਂ ਦੇਖਦੇ ਹਾਂ, ਦੇਖੋ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਜਿੱਥੇ ਵੀ ਅਸੀਂ ਰਹਿ ਰਹੇ ਹਾਂ, ਚਾਰ ਚੁਫੇਰੇ ਇੱਕ ਝਾਤ ਮਾਰ ਕੇ ਵੇਖੀਏ ਤਾਂ ਕਿਵੇਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ ਨਾ। ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ, ਬੇਗਾਨੇ ਹੱਕ ਖਾਧੇ ਜਾਂਦੇ ਨੇ, 2 ਨੰਬਰ ਦੇ ਧੰਦੇ ਕੀਤੇ ਜਾਂਦੇ ਨੇ। ਇੱਥੇ ਮਤਲਬ ਆਮ ਤੌਰ ਤੇ ਕਈ ਵਾਰ ਪੜ੍ਹੀਦਾ ਨਾ ਕਿ ਕਿਡਨੀ ਹੀ ਕਿਸੇ ਦੀ ਕੱਢ ਕੇ ਵੇਚ ਦਿੱਤੀ ਗਈ। ਕਿੰਨਾ ਕੁਛ ਅਸੀਂ ਚਾਰ ਚੁਫੇਰੇ ਵੇਖ ਰਹੇ ਹਾਂ, ਤੇ ਇਹ ਫਿਰ ਨਰਕ ਹੀ ਹੈ ਨਾ। ਇਹਦੇ ਨਾਲੋਂ ਤੇ ਛਪਰੀਆਂ ਵਿੱਚ ਬੰਦੇ ਬਸਦੇ ਹੋਣ, ਜਿੱਥੇ ਇਨਸਾਨੀਅਤ ਹੋਵੇ, ਜਿੱਥੇ ਬੰਦੇ ਦਾ ਬੰਦੇ ਨਾਲ ਪਿਆਰ ਹੋਵੇ, ਬੰਦੇ ਦੀ ਕਦਰ ਹੋਵੇ, ਧੀ ਭੈਣ ਦੀ ਕਦਰ ਹੋਵੇ, ਜਿੱਥੇ ਕਿਸੇ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੋਵੇ, ਜਿੱਥੇ ਇਨਸਾਨੀਅਤ ਹੋਵੇ, ਉਹਦੇ ਨਾਲੋਂ ਫਿਰ ਝੌਂਪੜੀਆਂ ਚੰਗੀਆਂ ਨੇ ਨਾ। ਤਾਂ ਕਬੀਰ ਜੀ ਕਹਿੰਦੇ ਨੇ ਮੇਰੇ ਭਾ ਦਾ ਤਾਂ ਉਹ ਸ਼ਹਿਰ, ਉਹ ਮਹਿਲ ਨਰਕ ਨੇ, ਜਿੱਥੇ ਰੱਬ ਦੇ ਪਿਆਰੇ ਨਹੀਂ ਹਨ। ਰੱਬ ਦੇ ਪਿਆਰੇ ਦਾ ਮਤਲਬ ਮਾਲਾ ਫੇਰਨ ਵਾਲੇ ਨਹੀਂ, ਵਿਖਾਵਾ ਕਰਨ ਵਾਲੇ ਨਹੀਂ, ਰੱਬੀ ਗੁਣਾਂ ਦੇ ਪਿਆਰੇ, ਰੱਬੀ ਰਜਾ ਵਿੱਚ ਤੁਰਨ ਵਾਲੇ, ਰੱਬੀ ਸਿਫਤ ਸਲਾਹ ਕਰਨ ਵਾਲੇ, ਜੋ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਨੇ। ਜਿੱਥੇ ਉਹ ਨਹੀਂ ਹਨ, ਉੱਥੇ ਨਰਕ ਹੈ। ਤਾਂ ਇਸ ਪਾਵਨ ਸ਼ਲੋਕ ਤੋਂ ਸਾਨੂੰ ਜੋ ਸੇਧ ਮਿਲਦੀ ਹੈ ਕਿ ਅਸੀਂ ਆਪਣੇ ਵਿਹਾਰ ਕਰਕੇ ਮਨੁੱਖਾਂ ਨੇ ਇਸ ਦੁਨੀਆ ਨੂੰ ਨਰਕ ਬਣਾ ਲਿਆ ਹੈ, ਤੇ ਜੇ ਅਸੀਂ ਰੱਬੀ ਗੁਣਾਂ ਦੇ ਨਾਲ ਜੁੜ ਜਾਈਏ ਤਾਂ ਸਾਡੀ ਇਹ ਜ਼ਿੰਦਗੀ, ਸਾਡਾ ਇਹ ਦੇਸ਼, ਸਾਡਾ ਇਹ ਸਮਾਜ, ਸਾਡਾ ਇਹ ਸੰਸਾਰ ਸਵਰਗ ਹੋ ਸਕਦਾ ਹੈ, ਬੈਕੁੰਠ ਧਾਮ ਹੋ ਸਕਦਾ ਹੈ। ਇਹ ਜ਼ਿੰਦਗੀ ਮਹਾਨ ਹੋ ਸਕਦੀ ਹੈ। ਸਾਨੂੰ ਇਸ ਪਾਸੇ ਯਤਨ ਕਰਨਾ ਚਾਹੀਦਾ ਹੈ।